ਅੱਜ ਅਸੀਂ ਗੱਲ ਕਰਾਂਗੇ ਪਰਸਨਲ ਫਾਈਨੈਂਸ 'ਤੇ, ਜਿਹੜਾ ਕਿ ਸੁਣਨ ਨੂੰ ਬਹੁਤ ਛੋਟਾ ਜਿਹਾ ਟੌਪਿਕ ਲੱਗ ਰਿਹਾ, ਪਰ ਜਦੋਂ ਤੁਸੀਂ ਇਸ ਟੌਪਿਕ ਦੇ ਉੱਤੇ ਗੱਲ ਕਰਨੀ ਸ਼ੁਰੂ ਕਰਦੇ ਹੋ ਤਾਂ ਲੇਅਰ ਬਾਏ ਲੇਅਰ ਤੁਸੀਂ ਪਰਤਾਂ ਹਟਾਉਣੀਆਂ ਸ਼ੁਰੂ ਕਰਦੇ ਹੋ ਤਾਂ ਬਹੁਤ ਵੱਡਾ ਟੌਪਿਕ ਬਣ ਜਾਂਦਾ ਹੈ ਇੱਕ, ਹੈ ਨਾ। ਤਾਂ ਰੀਜ਼ਨ ਇਸ ਟੌਪਿਕ ਦੇ ਉੱਤੇ ਗੱਲ ਕਰਨ ਦਾ ਇਹ ਬਣਿਆ ਕਿ ਜਦੋਂ ਅਸਲ 'ਚ ਆਈ ਵਾਜ਼ ਜਸਟ ਥਿੰਕਿੰਗ ਕਪਲ ਵੀਕਸ ਅਗੋ ਕਿ ਜਦੋਂ ਕਿ ਤੁਸੀਂ ਆਪਣੀ ਅਰਲੀ ਚਾਈਲਡਹੁੱਡ ਐਜੂਕੇਸ਼ਨ ਲਈ ਕਿਸੇ ਸਕੂਲ ਜਾਂ ਕੁਛ ਸੰਸਥਾ ਦੇ ਵਿੱਚ ਜਾਂਦੇ ਹੋ, ਤੁਸੀਂ 8 ਤੋਂ 12 ਸਾਲ ਉਸ ਸਕੂਲ ਦੇ ਵਿੱਚ ਪੜ੍ਹਦੇ ਹੋ ਜਿੱਥੇ ਤੁਹਾਨੂੰ ਆਲ ਸਾਈਨ ਥੀਟਾਜ਼, ਕਾਸ ਥੀਟਾਜ਼, ਆਲ ਬੇਸਿਕ ਫਿਜ਼ਿਕਸ, ਕੈਮਿਸਟਰੀ, H2O ਸਾਰਾ ਕੁਝ ਤੁਹਾਨੂੰ ਸਿਖਾਇਆ ਜਾਂਦਾ ਆ, ਰਾਈਟ। ਪਰ ਕੀ ਹੁੰਦਾ ਕਿ ਡਾਊਨ ਦਾ ਰੋਡ ਜਦੋਂ ਤੁਸੀਂ ਥੋੜ੍ਹੇ ਵੱਡੇ ਹੋ ਜਾਂਦੇ ਆ ਜਾਂ ਤੁਸੀਂ ਉਸ ਏਜ ਤੋਂ ਸਕੂਲਿੰਗ ਏਜ ਦੇ ਵਿੱਚੋਂ ਨਿਕਲ ਜਾਂਦੇ ਆ ਤਾਂ ਬਹੁਤ ਘੱਟ ਯੂਜ਼ਫੁਲ ਹੁੰਦੀਆਂ ਉਹ ਚੀਜ਼ਾਂ। ਐਕਸੈਪਸ਼ਨਲ ਕੇਸ ਹੋ ਸਕਦਾ ਜੇ ਤੁਸੀਂ ਆਪਣਾ ਡਾਕਟਰੇਟ ਕਰ ਰਹੇ ਹੋ ਜਾਂ ਤੁਸੀਂ ਕਿਸੇ ਸਾਇੰਟਿਸਟ ਬਣਨਾ ਚਾਹ ਰਹੇ ਹੋ ਜਾਂ ਤੁਸੀਂ ਕੁਛ ਮੈਥਮੈਟਿਕ ਦੀ ਕੋਈ ਥਿਊਰੀ 'ਤੇ ਕੰਮ ਕਰਨਾ ਚਾਹ ਰਹੇ ਹੋ, ਫਿਰ ਉਹ ਚੀਜ਼ਾਂ ਤੁਹਾਨੂੰ ਫੰਡਾਮੈਂਟਲ ਜ਼ਰੂਰੀ ਹੁੰਦੀਆਂ। ਪਰ ਜਿਹੜਾ ਇੱਕ ਉਹ ਤਾਂ ਚਲੋ ਆਪਾਂ ਨੂੰ ਸਿੱਖਣਾ ਚਾਹੀਦਾ ਇਸ ਪਾਰਟ ਆਫ ਐਜੂਕੇਸ਼ਨ, ਪਰ ਮੇਰੇ ਹਿਸਾਬ ਨਾਲ ਜਿਹੜਾ ਇੱਕ ਬੇਸਿਕ ਟੌਪਿਕ ਨੈਗਲੈਕਟ ਕੀਤਾ ਜਾਂਦਾ, ਜਿਹੜਾ ਐਡ ਨਹੀਂ ਹਲੇ ਤੱਕ ਵੀ ਕੀਤਾ ਹੋਇਆ ਇਸ 2022, ਉਹ ਹੈਗਾ ਪਰਸਨਲ ਫਾਈਨੈਂਸ। ਜਦੋਂ ਤੁਸੀਂ ਉਸ ਚੀਜ਼ ਬਾਰੇ ਗੱਲ ਕਰਨੀ ਸ਼ੁਰੂ ਕਰਦੇ ਆ ਤਾਂ ਇੱਕ ਤਾਂ ਬਹੁਤ ਵੱਡਾ ਟੌਪਿਕ ਆ ਅਤੇ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਤੁਹਾਡਾ ਪਰਸਨਲ ਫਾਈਨੈਂਸ, ਜਿਹਦੇ ਬਾਰੇ ਕਿ ਤੁਹਾਨੂੰ ਕੋਈ ਵੀ ਐਜੂਕੇਸ਼ਨ ਉਹ ਮੁੱਢਲੀ ਸਿੱਖਿਆ ਦੇ ਵਿੱਚ ਨਹੀਂ ਦਿੱਤੀ ਜਾਂਦੀ। ਤੁਹਾਡੇ ਕੋਲ ਕੀ ਅਕਾਊਂਟ ਹੋਣੇ ਚਾਹੀਦੇ ਆ, ਕਿੱਦਾਂ ਵਰਕ ਕਰਦਾ, ਕੈਸ਼ ਫਲੋ ਕਿੱਦਾਂ, ਬੇਸਿਕ ਤੁਹਾਡੀ ਅਕਾਊਂਟਿੰਗ ਕੀ ਹੁੰਦੀ ਹੈ, ਹੈ ਨਾ, ਜਿਹੜੀ ਕਿ ਇੱਕ ਹਰ ਇੱਕ ਬੰਦੇ ਨੂੰ ਜ਼ਰੂਰੀ ਹੈ ਇੱਕ ਘਰ ਵੀ ਚਲਾਉਣ ਲਈ, ਰਾਈਟ। ਸੋ ਇਸ ਟੌਪਿਕ ਦੇ ਉੱਤੇ ਅਸੀਂ ਗੱਲ ਕਰਨਾ ਚਾਹ ਰਹੇ ਹਾਂ ਅਤੇ ਸਾਡੇ ਨਾਲ ਮੌਜੂਦ ਨੇ ਗੁਰਮੀਤ ਸੋਹੀ ਭਾਜੀ, ਜਿਹੜੇ ਕਿ ਇੱਕ ਫਾਈਨੈਂਸ਼ੀਅਲ ਸਰਟੀਫਾਈਡ ਐਡਵਾਈਜ਼ਰ ਵੀ ਨੇ ਅਤੇ ਬਹੁਤ ਹੀ ਡਿਟੇਲ ਅਤੇ ਬਹੁਤ ਹੀ ਨੌਲੇਜ ਰੱਖਦੇ ਇਸ ਟੌਪਿਕ ਦੇ ਉੱਤੇ, ਹੈ ਨਾ। ਅਤੇ ਉਹ ਅੱਜ ਸਾਡੇ ਨਾਲ ਆਏ ਨੇ ਇਸ ਸ਼ੋਅ ਦੇ ਉੱਤੇ, ਅਸੀਂ ਗੱਲ ਕਰਾਂਗੇ ਅਤੇ ਕੁਛ ਤੁਹਾਨੂੰ ਵੀ ਸਿੱਖਣ ਨੂੰ ਮੌਕਾ ਮਿਲੇਗਾ, ਕੁਛ ਮੈਨੂੰ ਵੀ ਸਿੱਖਣ ਨੂੰ ਮੌਕਾ ਮਿਲੇਗਾ ਉਹਨਾਂ ਨੂੰ। ਅਤੇ ਭਾਜੀ ਥੈਂਕ ਯੂ ਸੋ ਮਚ ਪਹਿਲਾਂ ਦਾ ਤੁਹਾਡਾ ਟਾਈਮ ਕੱਢ ਕੇ ਸ਼ੋਅ ਦੇ ਵਿੱਚ ਆਉਣ ਲਈ। I'm really excited to I'm always excited to talk about this topic, ਹੈ ਨਾ। ਅਤੇ ਆਪਾਂ ਸ਼ੁਰੂ ਕਰਦੇ ਹਾਂ ਤੁਹਾਡੀ ਇੱਕ ਸਮੋਲ ਇੰਟਰੋਡਕਸ਼ਨ ਤੋਂ ਭਾਜੀ, ਜੇ ਤੁਸੀਂ ਮਾੜਾ ਜਿਹਾ ਆਪਣੇ ਬਾਰੇ ਥੋੜ੍ਹਾ ਜਿਹਾ ਸਾਰਿਆਂ ਨੂੰ ਦੱਸ ਸਕੋ ਕਿ ਤੁਹਾਡੀ ਬੈਕਗਰਾਊਂਡ ਕੀ ਹੈ ਅਤੇ ਤੁਸੀਂ ਕਿੱਦਾਂ ਇਸ ਚੀਜ਼ ਦੇ ਵਿੱਚ ਆਏ। ਬਹੁਤ ਸ਼ੁਕਰੀਆ ਮਾਵੀ ਫॉर ਇਨਵਾਈਟਿੰਗ ਮੀ ਓਵਰ। ਆਈ ਐਮ ਸੋ ਗਲੈਡ ਟੂ ਬੀ ਅ ਪਾਰਟ ਆਫ ਯੋਰ ਸ਼ੋਅ। ਮੇਰਾ ਬੈਕਗਰਾਊਂਡ ਤਾਂ ਜੀ ਮੈਂ UN ਡਿਪਲੋਮੈਟ ਹੈਗਾ ਜੀ ਪਿਛਲੇ ਤਕਰੀਬਨ 17-18 ਸਾਲ ਤੋਂ। ਬਹੁਤ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਮੈਂ ਐਜ਼ ਅ ਡਿਪਲੋਮੈਟ ਕੰਮ ਕੀਤਾ ਤਾਂ ਐਂਡ ਨਾਲ ਹੀ ਨਾਲ ਮੈਂ ਇਨਵੈਸਟਮੈਂਟ ਫੀਲਡ ਦੇ ਵਿੱਚ ਬਹੁਤ ਐਕਟਿਵ ਹੈਗਾ ਤਕਰੀਬਨ 16-17 ਸਾਲ ਤੋਂ। ਐਂਡ ਆਈ ਐਮ ਸਰਟੀਫਾਈਡ ਫਾਈਨੈਂਸ਼ੀਅਲ ਐਡਵਾਈਜ਼ਰ। ਅਤੇ ਜਿੱਦਾਂ ਆਪਾਂ ਗੱਲ ਕਰਦੇ ਇਸ ਫਾਈਨੈਂਸ਼ੀਅਲ ਦੇ ਟੌਪਿਕਸ 'ਤੇ ਪਹਿਲਾਂ ਵੀ, ਅਤੇ ਜਿਹੜਾ ਅੱਜ ਤੁਸੀਂ ਸਪੈਸੀਫਿਕਲੀ ਟੌਪਿਕ ਚੁਣਿਆ ਉਹ ਆਪਣੀ ਪਰਸਨਲ ਫਾਈਨੈਂਸ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੀ ਪਰਸਨਲ ਲਾਈਫ ਨਾਲ ਕਨੈਕਟਡ ਹੈ, ਬਹੁਤ ਅਫੈਕਟ ਕਰਦਾ ਸਾਰਿਆਂ ਨੂੰ। ਅਤੇ ਇਹਦੀ ਜਿਹੜੀ ਇੰਪੋਰਟੈਂਸ ਆ ਆਪਾਂ ਦੇਖੀ ਗਈ ਹੈ ਬਹੁਤ ਅੰਡਰਮਾਈਨ ਕੀਤੀ ਗਈ ਹੈ ਹਾਂਜੀ ਇਸ ਟੌਪਿਕ ਦੇ ਉੱਤੇ, ਕਿ ਜਿਹੜੀ ਗੱਲ ਕਰਨੀ ਚਾਹੀਦੀ ਹੈ ਤੁਸੀਂ ਬਾਕੀ ਸਾਰਾ ਕੁਛ ਲੈ ਲਿਆ, ਪਰ ਜਿਹੜਾ ਤੁਹਾਡਾ ਬਹੁਤ ਵੱਡਾ ਫੈਕਟਰ, ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਸਬਜੈਕਟ, ਅਤੇ ਤੁਹਾਨੂੰ ਉਹ ਸਿੱਖਣ ਨੂੰ ਕਿੰਨੇ ਸਾਲਾਂ ਬਾਅਦ ਤੁਹਾਨੂੰ ਸਿੱਖਣਾ ਪੈਂਦਾ, ਜਦੋਂ ਤੁਹਾਡੇ ਉੱਤੇ ਸਿਰ 'ਤੇ ਤੁਹਾਡੇ ਰਿਸਪੋਂਸੀਬਿਲਿਟੀਜ਼ ਪੈਂਦੀਆਂ ਨੇ, ਤੁਹਾਨੂੰ ਮਨੀ ਮੈਨੇਜ ਕਰਨੀ ਪੈਂਦੀ ਆ ਸਪੈਸ਼ਲੀ ਤੁਹਾਡੀ ਫੈਮਲੀਜ਼ ਦੇ ਲਈ, ਹੈ ਨਾ। ਤਾਂ ਉਦੋਂ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗਦਾ ਕਿ ਤੁਹਾਨੂੰ ਇਹ ਸਿੱਖ ਲੈਣਾ ਚਾਹੀਦਾ ਸੀ ਬਹੁਤ ਸਾਲ ਪਹਿਲਾਂ, ਰਾਈਟ। ਅਤੇ ਉਸ ਟੌਪਿਕ ਦੇ ਉੱਤੇ ਆਪਾਂ ਅੱਜ ਗੱਲ ਕਰਾਂਗੇ। ਤਾਂ ਜੇ ਆਪਾਂ ਸਟਾਰਟ ਕਰ ਲਈਏ ਕਿ ਜੇ ਤੁਸੀਂ ਸਾਨੂੰ ਦੱਸੋ ਕਿ ਪਰਸਨਲ ਫਾਈਨੈਂਸ ਕੀ ਹੁੰਦਾ ਅਤੇ ਕਿੱਥੋਂ ਸ਼ੁਰੂ ਹੁੰਦਾ ਆ। ਦੇਖੋ ਜੀ, ਸਭ ਤੋਂ ਪਹਿਲਾਂ ਜਿਹੜਾ ਫੇਜ਼ ਆਉਂਦਾ ਉਹ ਹੈਗਾ ਆਪਣਾ ਅਰਨਿੰਗਸ ਦਾ, ਜਿੱਥੋਂ ਆਪਾਂ ਇਨਕਮ ਜਨਰੇਟ ਕਰਦੇ ਹਾਂ, ਆਪਾਂ ਕੋਈ ਕੰਮ ਕਰਦੇ ਹਾਂ, ਜੋਬ ਕਰਦੇ ਹਾਂ, ਚਾਹੇ ਕੋਈ ਬਿਜ਼ਨਸ ਕਰਦੇ ਹਾਂ ਨਾ, ਪੈਸਾ ਆਪਾਂ ਘਰ ਲੈ ਕੇ ਆਉਂਦੇ ਹਾਂ। ਤਾਂ ਉਹਦਾ ਆਪਣਾ ਫਸਟ ਫੇਜ਼ ਹੈਗਾ ਹਰ ਹਰ ਇਨਸਾਨ ਦੀ ਜ਼ਿੰਦਗੀ ਦਾ, ਰਾਈਟ। ਅਤੇ ਲੇਕਿਨ ਆਪਣਾ ਜਿਹੜਾ ਫੋਕਸ ਆਪਾਂ ਜ਼ਿਆਦਾ ਉਸੇ 'ਤੇ ਹੀ ਕਰ ਲੈਂਦੇ ਹਾਂ ਵੀ ਆਪਾਂ ਜ਼ਿਆਦਾ ਪੈਸਾ ਕਮਾਈਏ ਅਤੇ ਆਪਣੀ ਲਾਈਫ ਵਧੀਆ ਹੋਵੇ। ਬਟ ਬਿਕੋਜ਼ ਇਹ ਨੈਰੇਟਿਵ ਆਈ ਥਿੰਕ ਤੁਹਾਡੇ ਘਰ ਤੋਂ ਸ਼ੁਰੂ ਹੋ ਜਾਂਦਾ ਕਿ ਪੈਸੇ ਕਮਾਓ, ਜੋਬ ਕਰੋ, ਹੈ ਨਾ। ਪਰ ਪੈਸੇ ਨੂੰ ਸਾਂਭਣਾ ਵੀ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੈ। ਜਿੰਨਾ ਪੈਸਾ ਕਮਾਉਣਾ ਇੰਪੋਰਟੈਂਟ ਆ ਉਨਾ ਹੀ ਪੈਸੇ ਨੂੰ ਸਾਂਭਣਾ ਇੰਪੋਰਟੈਂਟ ਹੈ ਨਾ। ਨਹੀਂ ਤਾਂ ਜਿਵੇਂ ਸਿਆਣੇ ਕਹਿੰਦੇ ਆ ਵੀ ਪੈਸਾ ਬਾਰਿਸ਼ ਦੀ ਤਰ੍ਹਾਂ ਹੁੰਦਾ ਹੈ, ਜਿਵੇਂ ਬਾਰਿਸ਼ ਦਾ ਪਾਣੀ ਚਲੇ ਜਾਂਦਾ ਅਤੇ ਜਿੰਨਾ ਚਿਰ ਆਪਾਂ ਸਟੋਰ ਨਹੀਂ ਕਰਦੇ, ਕੋਈ ਐਕਸਟਰਾ ਐਫਰਟ ਨਹੀਂ ਕਰਦੇ ਉਹਨੂੰ ਸਟੋਰ ਕਰਨੇ ਦੀ, ਤਾਂ ਪੈਸਾ ਵੀ ਇੱਦਾਂ ਹੀ ਆਉਂਦਾ ਅਤੇ ਇੱਦਾਂ ਹੀ ਚਲੇ ਜਾਂਦਾ। ਤਾਂ ਇਸੇ ਕਰਕੇ ਜਿਹੜਾ ਸੈਕਿੰਡ ਸਟੈਪ ਹੈਗਾ ਵੀ ਆਪਾਂ ਜਿਹੜਾ ਆਊਟਫਲੋ ਦਾ ਉਹਨੂੰ ਕਿੱਦਾਂ ਕੰਟਰੋਲ ਕਰਨਾ। ਇਨਫਲੋ ਤਾਂ ਆਪਾਂ ਸਾਰਿਆਂ ਨੂੰ ਪਤਾ ਵੀ ਪੈਸਾ ਕਮਾਉਣਾ ਹੈ ਨਾ, ਅਤੇ ਜਿਹੜਾ ਆਊਟਫਲੋ, ਸੋ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਅਰਨਿੰਗ ਕਰਦੇ ਆ ਤਾਂ ਉਹ ਦੋ ਫੈਕਟਰ ਦੇ ਵਿੱਚ ਆ ਜਾਂਦਾ ਆ। ਇੱਕ ਤਾਂ ਉਹਦਾ ਇਨਫਲੋ ਕਿ ਜੋ ਤੁਸੀਂ ਪੈਸਾ ਤੁਹਾਡੇ ਅਕਾਊਂਟ ਜਾਂ ਤੁਹਾਡੇ ਘਰ ਦੇ ਵਿੱਚ ਆ ਗਿਆ, ਅਤੇ ਉਸ ਤੋਂ ਬਾਅਦ ਉਹਦਾ ਸੈਕਿੰਡ ਫਲੋ ਹੈਗਾ ਵਾ ਆਊਟਫਲੋ, ਆਪਣੇ ਸੈਕਿੰਡ ਪਾਰਟ ਆ ਜਾਂਦਾ ਉਹਦਾ ਆਊਟਫਲੋ।
ਰਾਈਟ। ਤਾਂ ਉਹ ਦੋ ਮੇਨ ਫੈਕਟਰ ਇਹਦੇ ਪਰਸਨਲ ਫਾਈਨੈਂਸ ਅਰਨਿੰਗ ਦੇ ਥੱਲੇ ਆ ਜਾਂਦੇ ਹਨ। ਬਿਲਕੁਲ, ਅਗਰ ਤੁਸੀਂ ਆਊਟਫਲੋ ਨੂੰ ਚੰਗੀ ਤਰ੍ਹਾਂ ਕੰਟਰੋਲ ਕਰ ਲੈਂਦੇ ਹੋ, ਆਪਣੇ ਮੈਨੇਜ ਕਰ ਲੈਂਦੇ ਹੋ, ਤਾਂ ਤੁਹਾਡੀ ਸਿਰਫ ਫਾਈਨੈਂਸ਼ੀਅਲ ਲਾਈਫ ਨਹੀਂ, ਤੁਹਾਡੀ ਪਰਸਨਲ ਲਾਈਫ ਵੀ ਬਹੁਤ ਪ੍ਰੋਸਪਰ ਹੋ ਜਾਂਦੀ ਹੈ। ਹਾਂਜੀ ਰਾਈਟ। ਨਾਰਮਲੀ ਆਪਣੀ ਜਿਹੜੀ ਪ੍ਰੋਬਲਮ ਹੁੰਦੀ ਹੈ ਇੱਥੇ ਹੀ ਹੁੰਦੀ ਆ, ਆਪਾਂ ਆਊਟਫਲੋ ਨੂੰ ਜਾਂ ਤਾਂ ਬਹੁਤ ਐਗਜ਼ੂਬਰੈਂਸ ਦੇ ਵਿੱਚ ਆਪਾਂ ਸਪੈਂਡਿੰਗ ਕਰਦੇ ਹਾਂ, ਜਾਂ ਫਿਰ ਬਹੁਤ ਹੀ ਫਰੂਗੈਲਿਟੀ ਦੇ ਨਾਲ ਆਪਾਂ ਸਪੈਂਡ ਕਰਦੇ ਹਾਂ, ਹੈ ਨਾ। ਸੋ ਅਬ ਮੈਂ ਇੱਦਾਂ ਐਡ ਕਰ ਸਕਦਾ ਕਿ ਤੁਸੀਂ ਜ਼ਿਆਦਾ ਫੋਕਸ ਆਪਣਾ ਅਰਨਿੰਗ 'ਤੇ ਰੱਖ ਲੈਂਦੇ ਹੋ, ਤੇ ਜਿਹੜੀ ਆਊਟਫਲੋ ਉਹਨੂੰ ਤੁਸੀਂ ਭੁੱਲ ਜਾਂਦੇ ਹੋ, ਜਾਂ ਉਹਦੇ 'ਤੇ ਉਹਨੇ ਤੁਸੀਂ ਆਪਣਾ ਫੋਕਸ ਨਹੀਂ ਕਰਦੇ, ਹੈ ਨਾ, ਉਹਨੂੰ ਕੰਟਰੋਲ ਕਰਨ ਦੇ ਲਈ। ਅਤੇ ਜਦੋਂ ਆਪਾਂ ਇਸ ਤੋਂ ਅੱਗੇ ਇੱਕ ਸਟੈਪ ਹੋਰ ਜਾਂਦੇ ਹਾਂ, ਜਦੋਂ ਇਨਫਲੋ ਆ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਹੈ? ਇਨਫਲੋ ਤੋਂ ਬਾਅਦ ਆਪਾਂ ਡਿਸਾਈਡ ਕਰਨਾ ਵੀ ਆਪਾਂ ਆਪਣਾ ਪੈਸੇ ਨੂੰ ਸਪੈਂਡ ਕਿੱਦਾਂ ਕਰਨਾ ਅਤੇ ਸੇਵ ਕਿੱਦਾਂ ਕਰਨਾ, ਅਤੇ ਕਿੰਨਾ ਸੇਵ ਕਰਨਾ। ਠੀਕ ਹੈ। ਅਤੇ ਸਪੈਂਡਿੰਗ ਦੇ ਵਿੱਚ ਜਿਹੜੇ 2 ਸਟੇਜਸ ਆ ਜਾਂਦੀਆਂ ਹੈਗੀਆਂ, ਉਹਦੇ 'ਚ ਤੁਹਾਡੀ ਜਿਹੜੀ ਅਸੈਂਸ਼ੀਅਲ ਸਪੈਂਡਿੰਗਸ ਅਤੇ ਤੁਹਾਡੀ ਡਿਸਕ੍ਰਿਸ਼ਨਰੀ ਸਪੈਂਡਿੰਗ। ਅਸੈਂਸ਼ੀਅਲ ਸਪੈਂਡਿੰਗ ਉਹ ਹੈ ਜਿਹੜੀ ਆਪਾਂ ਨੂੰ ਕਰਨੀ ਹੀ ਪੈਂਦੀ ਆ ਹਰ ਹਾਲਾਤ ਦੇ ਵਿੱਚ, ਹਰ ਇਨਸਾਨ ਨੂੰ ਮੰਥਲੀ ਜੋ ਆਪਣੇ ਐਕਸਪੈਂਡੀਚਰ ਆਉਂਦੇ ਆ, ਚਾਹੇ ਤੁਹਾਡੇ ਕਿ ਵੱਜਵੇਂ ਖਰਚੇ ਹੋ, ਜਿਹੜੇ ਤੁਹਾਡੇ ਹਾਊਸ ਐਕਸਪੈਂਸਿਸ ਹੋ ਗਏ, ਤੁਹਾਡੀ ਇੰਸ਼ੋਰੈਂਸਿਸ ਹੋ ਗਈਆਂ, ਬਿਲਸ ਹੋ ਗਏ, ਰਾਈਟ। ਅਤੇ ਜੋ ਤੁਹਾਨੂੰ ਆਉਣੇ ਹੀ ਆਉਣੇ ਆ, ਚਾਹੇ ਤੁਸੀਂ ਕੰਮ ਕਰੋ ਜਾਂ ਨਾ ਕਰੋ, ਰਾਈਟ। ਖਾਸ ਕਰਕੇ ਇਹਨਾਂ ਕੰਟਰੀਆਂ ਦੇ ਵਿੱਚ ਐਗਜ਼ੈਕਟਲੀ, ਗਰੋਸਰੀ ਦੇ ਐਕਸਪੈਂਸਿਸ ਹੋ ਗਏ, ਐਟਸੈਕਟਰਾ। ਅਤੇ ਜਿਹੜੀ ਡਿਸਕ੍ਰਿਸ਼ਨਰੀ ਸਪੈਂਡਿੰਗ ਹੈ ਉਹ ਥੋੜ੍ਹੀ ਹੈ ਜਿਹੜੀ ਆਪਾਂ ਕੰਟਰੋਲ ਕਰ ਸਕਦੇ ਹਾਂ ਕਿਸੇ ਹੱਦ ਤੱਕ, ਜਾਂ ਉਹ ਆਪਾਂ ਆਪਣੀ ਡਿਸਕਸ਼ਨ 'ਤੇ ਸਪੈਂਡ ਕਰਦੇ ਹਾਂ। ਫੋਰ ਐਗਜ਼ਾਮਪਲ ਆਪਾਂ ਈਟਿੰਗ ਆਊਟ ਕਰਨਾ ਹੈ, ਜਾਂ ਟਰੈਵਲ 'ਤੇ ਜਾਣਾ ਹੈ, ਜਾਂ ਆਪਣੀ ਸੈਲਫ ਇੰਪਰੂਵਮੈਂਟ ਵਾਸਤੇ ਖਰਚੇ ਕਰਦੇ ਹਾਂ, ਰਾਈਟ। ਅਤੇ ਉਹ ਵੀ ਬਹੁਤ ਜ਼ਰੂਰੀ ਹੈ ਲਾਈਫ ਜੀਣ ਵਾਸਤੇ, ਰਾਈਟ। ਉੱਥੇ ਹੀ ਤਾਂ ਕਹਿੰਦੇ ਆ ਵੀ ਦੈਟਸ ਵੇਅਰ ਲਾਈਫ ਹੈਪਨਸ। ਅਤੇ ਡਿਸਕ੍ਰਿਸ਼ਨਰੀ ਸਪੈਂਡਿੰਗ। ਅਤੇ ਨੋਰਮਲੀ ਕੀ ਹੁੰਦਾ ਹੈ, ਜਿਹੜੀ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਫੋਕਸ ਕਰ ਲੈਂਦੇ ਹਾਂ, ਆਪਣੀ ਜਿਹੜੀ ਨੋਰਮਲੀ ਇਨਕਮ ਜ਼ਿਆਦਾ ਸਪੈਂਡ ਹੋ ਜਾਂਦੀ ਹੈ ਐਸੈਂਸ਼ੀਅਲ ਸਪੈਂਡਿੰਗ ਦੇ ਉੱਪਰ। ਆਪਣਾ ਜਾਂ ਘਰ ਦੀ ਪੇਮੈਂਟ 'ਚ ਹੀ ਜ਼ਿਆਦਾ ਮੇਜਰ ਐਕਸਪੈਂਸ ਹੋ ਜਾਂਦੇ ਨੇ, ਹੈ ਨਾ, ਜਾਂ ਗੱਡੀ ਦੀ ਕਾਰ ਪੇਮੈਂਟ 'ਤੇ ਆਪਣਾ ਮੇਜਰ ਐਕਸਪੈਂਸ ਹੋ ਜਾਂਦਾ, ਅਤੇ ਫਿਰ ਡਿਸਕ੍ਰਿਸ਼ਨਰੀ ਵਾਸਤੇ ਆਪਣਾ ਸਪੈਂਡਿੰਗ ਘੱਟ ਹੁੰਦੀ ਹੈ, ਹੈ ਨਾ। ਫਿਰ ਆਪਾਂ ਨੂੰ ਫੀਲ ਬੈਡ ਜਿਹਾ ਹੁੰਦਾ ਹੈ ਵੀ ਯਾਰ ਆਪਣੇ ਵਾਸਤੇ ਪੈਸਾ ਕਮਾਈ ਵੀ ਜਾਂਦੇ ਹੋ, ਬਸ ਤੁਹਾਡੇ ਖਰਚਿਆਂ 'ਚ ਹੀ ਪੂਰੇ ਹੋਈ ਜਾਂਦੇ ਆ। ਐਗਜ਼ੈਕਟਲੀ। ਅਗਰ ਤੁਸੀਂ ਐਸੈਂਸ਼ੀਅਲ ਪਾਰਟ ਨੂੰ 50% ਦੇ ਨੀਚੇ ਤੁਸੀਂ ਰੱਖ ਲਓ, ਜਾਂ 50 ਤੋਂ 60% ਦੇ ਵਿੱਚ ਤੁਸੀਂ ਰੱਖ ਲਓ, ਤਾਂ ਫਿਰ ਤੁਸੀਂ 20% ਤੁਸੀਂ ਡਿਸਕ੍ਰਿਸ਼ਨਰੀ ਵਾਸਤੇ ਤੁਸੀਂ ਰੱਖ ਸਕਦੇ ਹੋ, ਜੋ ਤੁਹਾਡੀ ਇੱਕ ਓਵਰਆਲ ਵੈਲਬੀਇੰਗ ਵਾਸਤੇ ਬਹੁਤ ਇੰਪੋਰਟੈਂਟ ਹੈ। ਆਈ ਫੀਲ ਤੁਸੀਂ ਟਰੈਵਲ ਕਰੋ, ਬਹੁਤ ਚੀਜ਼ਾਂ ਲਰਨ ਕਰਦੇ ਹੋ, ਜਾਂ ਤੁਸੀਂ ਸਟੱਡੀ ਕਰੋ, ਨਵੇਂ ਕੋਰਸਿਸ ਕਰੋ, ਜਾਂ ਆਪਣੀ ਰੀਕ੍ਰੀਏਸ਼ਨ ਵਾਸਤੇ ਸਪੈਂਡਿੰਗ ਕਰੋ। ਅਤੇ ਲਾਸਟ ਜਿਹੜਾ ਸੈਕੰਡ ਪਾਰਟ ਜਿਹੜਾ ਬਹੁਤ ਇੰਪੋਰਟੈਂਟ ਹੈ, ਉਹ ਹੈਗਾ ਸੇਵਿੰਗ ਕਿੰਨੀ ਹੋਣੀ ਚਾਹੀਦੀ ਹੈ ਨਾ, ਇਹਦੇ 'ਤੇ ਬੜੀ ਡਿਬੇਟ ਜੀ ਹੈਗੀ ਹੈ, ਚੱਲਦੀ ਰਹਿੰਦੀ ਹੈ। ਪਰ ਮੈਂ ਥੋੜ੍ਹਾ ਜਿਹਾ ਜੇ ਰੀਕੈਪ ਕਰ ਲਾਂ ਇਹਨੂੰ, ਜਦੋਂ ਤੁਹਾਡੀ ਇਨਫਲੋ ਆ ਜਾਂਦਾ ਉਸ ਤੋਂ ਬਾਅਦ ਤੁਹਾਡੇ 2 ਫੈਕਟਰ ਹੋ ਜਾਂਦੇ ਆ, ਇੱਕ ਤਾਂ ਤੁਹਾਡਾ ਸਪੈਂਡਿੰਗ ਅਤੇ ਇੱਕ ਸੇਵਿੰਗ। ਸਪੈਂਡਿੰਗ ਦੇ ਵਿੱਚ ਆ ਜਾਂਦਾ ਕਿ ਇੱਕ ਅਸੈਂਸ਼ੀਅਲ ਹੁੰਦੇ ਨੇ, ਇੱਕ ਮਤਲਬ ਕਿ ਜਿਹੜਾ ਤੁਹਾਡਾ ਟਰੈਵਲ ਵਗੈਰਾ ਹੋ ਗਿਆ, ਹੈ ਨਾ, ਡਿਸਕ੍ਰਿਸ਼ਨਰੀ। ਸੋ ਉਸ ਤੋਂ ਬਾਅਦ ਆ ਜਾਂਦਾ ਸੇਵਿੰਗ। ਸੋ ਹੁਣ ਆਪਾਂ ਆਈ ਨੋ ਸੇਵਿੰਗ ਇਜ਼ ਅ ਬਿਗ ਟੋਪਿਕ, ਹੈ ਨਾ, ਬਹੁਤ ਵੱਡਾ ਟੋਪਿਕ ਹੈ ਕਿ ਤੁਸੀਂ ਸੇਵਿੰਗ ਦੇ ਪਿੱਛੇ ਅਸਲ 'ਚ ਉਹ ਕਹਿੰਦੇ ਯਾਰ ਪੈਸਾ ਤਾਂ ਬੜਾ ਬਣਾਈਦਾ ਪਰ ਨਿਕਲ ਜਾਂਦਾ ਆ, ਕਿ ਅਕਾਊਂਟ ਤਾਂ ਖਾਲੀ ਰਹਿੰਦੇ ਨੇ, ਹੈ ਨਾ। ਤਾਂ ਇਹ ਤੁਸੀਂ ਆਮ ਹੀ ਸੁਣਦੇ ਆ ਕਿ ਅਕਾਊਂਟ ਤਾਂ ਖਾਲੀ ਰਹਿੰਦੇ, ਜਿੰਨਾ ਮਰਜ਼ੀ ਕਮਾ ਲਓ, ਪਰ ਅਸਲ 'ਚ ਉਹਦੇ ਵਿੱਚ ਆਈ ਥਿੰਕ ਕੁਝ ਰੀਜ਼ਨ, ਕੁਝ ਲੌਜਿਕ ਹੈਗਾ ਆ, ਜਿਹੜਾ ਵੀ ਆਪਾਂ ਪਹਿਲਾਂ ਗੱਲ ਕਰਦੇ ਕਿ ਸੇਵ ਕਿੱਦਾਂ ਕਰਨਾ ਹੈ। ਸੋ ਜੇ ਤੁਸੀਂ ਦੱਸ ਸਕੋ ਕਿ ਆਪਾਂ ਸੇਵ ਕਿੱਦਾਂ ਇਫੈਕਟਿਵਲੀ ਕਰ ਸਕਦੇ ਹਾਂ, ਇਫੈਕਟਿਵਲੀ ਕਿੱਦਾਂ ਸੇਵ ਕਰੀਏ, ਹੈ ਨਾ। ਹਾਂਜੀ, 2 ਪਾਰਟ ਆ ਜਾਂਦੇ ਵੀ ਸੇਵ ਕਿੱਦਾਂ ਕਰਨਾ ਅਤੇ ਕਿੰਨਾ ਕਰਨਾ ਚਾਹੀਦਾ ਇੱਕ ਆਮ ਬੰਦੇ ਨੂੰ। ਸੇਵ ਕਿੰਨਾ ਕਰਨਾ ਉਹ ਤਾਂ ਇੱਕ ਮੈਥਮੈਟਿਕ ਜੀ ਗੱਲ ਹੈਗੀ ਹੈ ਨਾ। ਲੋਕਾਂ ਦੀ ਜਿਹੜੀ ਕੰਸੈਂਸਸ ਹੈਗਾ ਮੋਸਟਲੀ ਜਿਹੜਾ ਫਾਈਨੈਂਸ਼ੀਅਲ ਐਕਸਪਰਟਸ ਦਾ, ਉਹ ਹੈਗਾ ਅਰਾਊਂਡ 20%, 20 ਤੋਂ 25% ਅਗਰ ਤੁਸੀਂ ਸੇਵ ਕਰ ਲੈਂਦੇ ਹੋ ਆਪਣੀ ਰੈਗੂਲਰ ਇਨਕਮ 'ਚੋਂ। ਸੋ ਮੰਨ ਲਓ ਜੇ ਤੁਸੀਂ $100 ਕਮਾਇਆ ਤਾਂ ਤੁਸੀਂ ਟਰਾਈ ਕਰਨੀ ਕਿ $50 ਜਿਹੜੇ ਤੁਹਾਡੇ ਐਸੈਂਸ਼ੀਅਲ ਦੇ ਵਿੱਚ ਜਾਣ, $10 ਤੁਹਾਡੇ ਜਾਣ ਜਿਹੜੇ ਆਪਣੇ ਟਰੈਵਲ ਜਾਂ ਆਪਣੀ ਲਾਈਫ ਜਿਉਣ ਲਈ, ਅਤੇ ਜਿਹੜਾ ਉਹਦਾ 40% ਆ ਉਹ ਤੁਸੀਂ ਸੇਵ ਕਰੋ। ਨਹੀਂ, ਇਟਸ ਟੂ ਮੱਚ, ਇਹਨਾਂ 'ਚ ਜ਼ਰੂਰੀ ਨਹੀਂ ਹੈਗਾ। ਨਾਰਮਲੀ ਅਗਰ ਤੁਸੀਂ $100 ਚੋਂ $20 ਸੇਵ ਕਰ ਲੈਂਦੇ ਹੋ, ਦੈਟ ਇਜ਼ ਬਿਗ ਇਨਫ ਫॉर ਲੌਂਗ ਟਰਮ। ਅਗਰ ਤੁਸੀਂ ਕੌਨਸਟੈਂਟਲੀ ਤੁਸੀਂ ਉਹਨੂੰ ਸਸਟੇਨ ਕਰ ਲੈਂਦੇ ਹੋ। ਤੇ ਥਿੰਗ ਇਜ਼ ਸਮ ਟਾਈਮ ਆਪਾਂ ਬਹੁਤ ਓਵਰ ਸੇਵਿੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਹ ਸਸਟੇਨ ਨਹੀਂ ਹੋ ਪਾਉਂਦਾ ਹੈ। ਤੁਸੀਂ 50 ਤੋਂ 60% ਤੁਹਾਡਾ ਐਸੈਂਸ਼ੀਅਲਸ ਕਵਰ ਕਰਨਾ ਚਾਹੀਦਾ, 20 ਤੋਂ 30% ਤੁਹਾਡਾ ਡਿਸਕ੍ਰਿਸ਼ਨਰੀ ਸਪੈਂਡਿੰਗ ਹੋਣੀ ਚਾਹੀਦੀ ਆ, ਅਤੇ 20% ਤੁਹਾਡਾ ਮਿਨੀਮਮ ਐਕਚੁਅਲੀ ਸੇਵਿੰਗ ਹੋਣਾ ਚਾਹੀਦਾ। ਇਫ ਯੂ ਕੈਨ ਡੂ ਲਿਟਲ ਮੋਰ 25%, 30%, ਸੋ ਮੋਰ ਇਜ਼ ਆਲਵੇਜ਼ ਬੈਟਰ। ਅਤੇ ਸੇਵ ਕਿੱਦਾਂ ਇਫੈਕਟਿਵਲੀ ਕਰੇ, ਹੈ ਨਾ, ਬੰਦਾ ਉਹਨੂੰ ਅਸਲ 'ਚ ਉਹਨੂੰ ਕਿੱਦਾਂ ਮੈਨੇਜ ਕਰੀਏ ਜਿਹੜੇ ਸੇਵਿੰਗ ਹੈਗੀ ਹੈ ਨਾ। ਕੁਛ ਸਪੈਸੀਫਿਕ ਅਕਾਊਂਟ ਹੁੰਦੇ ਜਿਹ 'ਚ ਰੱਖੀਏ ਕਿ ਭੁੱਲ ਜਾਈਏ, ਕੋਈ ਸਾਈਡ 'ਤੇ ਲੋਕਰ ਲਾ ਲਈਏ, ਕਿੱਦਾਂ ਸੇਵ ਕਰੀਏ ਕਿ ਸੇਵਿੰਗ ਰਵੇ, ਹੈ ਨਾ। ਕਈ ਵਾਰ ਐਂ ਹੁੰਦਾ ਕਿ ਸੇਵ ਕੀਤੇ ਵੀ ਖਰਚ ਹੋ ਜਾਂਦੇ ਆ। ਬਿਲਕੁਲ। ਸੇਵਿੰਗ ਇਸ ਤਰ੍ਹਾਂ ਤੁਸੀਂ ਇੱਕ ਤਰ੍ਹਾਂ ਹੈਬਿਟ ਬਣਾ ਕੇ ਅਗਰ ਕਰੋਗੇ ਨਾ, ਤਾਂ ਉਹ ਜ਼ਿਆਦਾ ਸਸਟੇਨੇਬਲ ਹੋਏਗੀ, ਬਿਕੋਜ਼
ਜਦੋਂ ਆਪਾਂ ਇੱਕ ਪਾਰਟਿਕੂਲਰ ਗੋਲ ਜਿਹਾ ਲੈ ਕੇ ਚੱਲਦੇ ਆ ਨਾ, ਉਹ ਕੁਝ ਮੰਥਸ ਵਾਸਤੇ ਜਾਂ ਕੁਝ ਈਅਰਸ ਵਾਸਤੇ ਤਾਂ ਉਹ ਵਰਕਆਊਟ ਹੋ ਜਾਂਦੀ ਚੀਜ਼, ਲੇਕਿਨ ਅਗਰ ਤੁਸੀਂ ਰਿਟਾਇਰਮੈਂਟ ਵਾਸਤੇ ਫੋਰ ਐਗਜ਼ਾਮਪਲ ਸੇਵ ਕਰ ਰਹੇ ਹੋ, ਨੈਕਸਟ 40 ਈਅਰਸ ਵਾਸਤੇ ਸੇਵ ਕਰ ਰਹੇ ਹੋ, ਤਾਂ ਉਹਨੂੰ ਸਸਟੇਨ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ। ਦੈਟਸ ਵਾਈ ਜਿੱਦਾਂ ਆਪਾਂ ਹੈਲਥ ਵਾਸਤੇ, ਆਪਣੀ ਫਿਜ਼ੀਕਲ ਫਿਟਨੈਸ ਵਾਸਤੇ ਆਪਾਂ ਜਿਮ ਜਾਂਦੇ ਹਾਂ ਰੈਗੂਲਰ, ਦੈਟ ਇਜ਼ ਅ ਪਾਰਟ ਆਫ ਆਰ ਲਾਈਫ। ਹਾਂਜੀ, ਠੀਕ ਹੈ। ਜਾਂ ਮੈਂਟਲ ਹੈਲਥ ਵਾਸਤੇ ਆਪਾਂ ਕੁਛ ਰੋਜ਼ ਇੱਕ ਪੇਜ ਪੜ੍ਹਦੇ ਹਾਂ, ਉੱਦਾਂ ਹੀ ਆਪਾਂ ਨੂੰ ਇਹ ਹੈਬਿਟ ਬਣਾਉਣੀ ਚਾਹੀਦੀ ਆ, ਇੱਕ ਆਦਤ ਬਣਾਉਣੀ ਚਾਹੀਦੀ ਹੈ ਸੇਵਿੰਗ ਦੀ ਵੀ। ਜਦੋਂ ਹੀ ਪੇ ਚੈੱਕ ਆਉਂਦਾ ਤੁਹਾਡਾ, ਪਹਿਲਾਂ ਪੇ ਯੋਰਸੈਲਫ, ਜੋ ਤੁਸੀਂ ਸੋ ਇਹ ਵਰਡ ਉੱਥੋਂ ਆਇਆ ਕਿ ਪੇ ਯੂਅਰਸੈਲਫ ਮੀਨਸ ਕਿ ਤੁਸੀਂ ਪਹਿਲਾਂ ਆਪਣੀ ਸੇਵਿੰਗ ਕੱਢੋ, ਪਹਿਲਾਂ ਸੇਵਿੰਗ ਕੱਢੋ, ਖਰਚੇ ਕੱਢਣ ਨਾਲ ਪਹਿਲਾਂ ਜੀ। ਇਹ ਨਹੀਂ ਹੈ ਵੀ ਬਾਕੀ ਖਰਚ ਕਰਕੇ ਜੋ ਬਚਿਆ ਉਹ ਸੇਵਿੰਗ ਨਾ, ਪਹਿਲਾਂ ਸੇਵਿੰਗ ਵਾਸਤੇ ਜਿਹੜਾ ਆਪਣਾ ਅਕਾਊਂਟ ਇੱਕ ਸੈਪਰੇਟ ਰੱਖੋ, ਸੇਵਿੰਗ ਦਾ ਅਕਾਊਂਟ। ਤੇ ਜਿੱਥੇ ਤੁਸੀਂ ਸਮਝੋ ਵੀ ਇਹ ਡੈਡ ਮਨੀ ਹੈ, ਜਿੱਥੇ ਚਲਾ ਗਿਆ ਉੱਥੋਂ ਵਾਪਸ ਨਹੀਂ ਕੱਢਣੇ ਹੈਗੇ। ਤੇ ਸੇਵਿੰਗ ਕਰਨ ਤੋਂ ਬਾਅਦ ਫਿਰ ਬਾਕੀ ਦੇ ਸਪੈਂਡਿੰਗ ਕਰੋ। ਜੇ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਕੁਝ ਬਚ ਜਾਂਦਾ, ਫਿਰ ਉਹ ਸੇਵਿੰਗ ਅਕਾਊਂਟ 'ਚ ਪਾ ਲਓ, ਵਿਚ ਇਜ਼ ਨਾਈਸ। ਐਟਲੀਸਟ 2 ਅਕਾਊਂਟ ਤਾਂ ਜ਼ਰੂਰ ਹੋਣੇ ਚਾਹੀਦੇ ਆ, ਤੁਹਾਡਾ ਚੈਕਿੰਗ ਅਕਾਊਂਟ ਐਂਡ ਸੇਵਿੰਗ ਅਕਾਊਂਟ। ਚੈਕਿੰਗ ਦੇ ਵਿੱਚ ਰੈਗੂਲਰ ਖਰਚੇ, ਬਟ ਅਗਰ ਮੈਂ ਐਡਵਾਈਜ਼ ਕਰਾਂਗਾ ਵੀ ਅਗਰ ਤੁਸੀਂ 3 ਅਕਾਊਂਟ ਕਰ ਲਓ ਤਾਂ ਦੈਟਸ ਈਵਨ ਬੈਟਰ। ਤੀਸਰਾ ਅਕਾਊਂਟ ਜਿਹੜਾ ਡਿਸਕ੍ਰਿਸ਼ਨਰੀ ਸਪੈਂਡਿੰਗ ਵਾਲਾ ਆਪਾਂ ਕਿਹਾ, ਉਹ ਡਿਸਕ੍ਰਿਸ਼ਨਰੀ ਸਪੈਂਡਿੰਗ ਵੀ ਹੈ, ਕਾਈਂਡ ਆਫ ਸੇਵਿੰਗ ਵੀ ਆ। ਉਹ ਤੁਸੀਂ ਸਪੈਂਡ ਕਰ ਵੀ ਸਕਦੇ ਹੋ, ਨਹੀਂ ਵੀ ਕਰ ਸਕਦੇ ਹੋ, ਰਾਈਟ। ਜੇ ਤੁਸੀਂ ਫੋਰ ਐਗਜ਼ਾਮਪਲ ਡਿਸਾਈਡ ਕੀਤਾ ਵੀ ਮੈਂ ਇੰਜੋਏ ਕਰਦਾ ਪੈਸਾ ਸੇਵ ਕਰਨਾ ਰਾਦਰ ਦੈਨ ਸਪੈਂਡ ਕਰਨਾ, ਤਾਂ ਅਗਰ ਤੁਹਾਡਾ ਉੱਦਾਂ ਦਾ ਮਾਈਂਡ ਸੈਟ ਆ ਤਾਂ ਤੁਸੀਂ ਉਹਨੂੰ ਸੇਵਿੰਗ ਅਕਾਊਂਟ 'ਚ ਬਾਅਦ ਟ੍ਰਾਂਸਫਰ ਕਰ ਸਕਦੇ ਹੋ। ਮਤਲਬ ਕਿ ਤੁਸੀਂ ਉਹ ਸਪੈਸੀਫਿਕਲੀ ਜਿਹੜੇ ਇੱਕ ਫਾਈਲਿੰਗ ਫੋਲਡਰ ਹੁੰਦਾ ਆ, ਉਹ ਫੋਲਡਰ ਦੀ ਤਰ੍ਹਾਂ ਤੁਸੀਂ ਉਹਨੂੰ ਲੈਣਾ ਵਾ ਕਿ ਆਹ ਫੋਲਡਰ ਇਹਦੇ ਲਈ, ਆਹ ਫੋਲਡਰ ਇਹਦੇ ਲਈ, ਆਹ ਫੋਲਡਰ ਇਹਦੇ ਲਈ ਹੈ। ਜਦੋਂ ਹੀ ਪੈਸਾ ਆਉਂਦਾ ਵਾ ਉਹ ਬਸ ਫੋਲਡਰਾਂ 'ਚ ਪਾ ਦੇਣਾ ਹੈ ਨਾ। ਸੋ ਮੀਨਸ ਤੁਹਾਡੇ ਐਸੈਂਸ਼ੀਅਲ ਕਵਰ ਹੋ ਗਏ, ਉਸ ਤੋਂ ਬਾਅਦ ਤੁਹਾਡਾ ਜਿਹੜਾ ਸੇਵਿੰਗ ਆ ਉਹ ਕਵਰ ਹੋ ਗਿਆ, ਉਸ ਤੋਂ ਬਾਅਦ ਜਿਹੜਾ ਤੁਹਾਡੀ ਲਾਈਫ ਇੰਜੋਏ ਕਰਨ ਲਈ ਕਰਨੀ ਹੈ, ਸੇਵ ਕਰਨਾ, ਉਹ ਅਪ ਟੂ ਯੂ ਕਿ ਤੁਹਾਡੀ ਕਿੱਦਾਂ ਦੀ ਤੁਹਾਡੀ ਪਰਸਨੈਲਿਟੀ ਹੈਗੀ ਹੈ ਨਾ, ਤੁਸੀਂ ਕੀ ਪਸੰਦ ਕਰਦੇ ਹੋ, ਤੁਸੀਂ ਆਊਟ ਗੋਇੰਗ ਹੋ, ਤੁਸੀਂ ਮਤਲਬ ਕਿ ਉਹ ਆਪਣੀ ਤੁਸੀਂ ਪਰਸਨੈਲਿਟੀ ਦੇ ਹਿਸਾਬ ਨਾਲ ਕਰ ਸਕਦੇ ਹੋ। ਉਹ ਥੋੜਾ ਡਿਸਕ੍ਰਿਸ਼ਨਰੀ ਦੇ ਵਿੱਚ ਆ ਜਾਂਦਾ ਵੀ ਕਈ ਵਾਰ ਤੁਸੀਂ ਤੁਹਾਡਾ ਲੌਂਗ ਟਰਮ ਗੋਲ ਹੁੰਦਾ ਵੀ ਆਫਟਰ 3 years ਆਈ ਵਾਂਟ ਟੂ ਡੂ ਅ ਵਰਲਡ ਟੂਰ, ਉਹਦੇ ਵਾਸਤੇ ਤੁਹਾਨੂੰ ਅਮਾਊਂਟ ਵੱਡੀ ਚਾਹੀਦੀ ਹੈ, ਰਾਈਟ। ਉਹ ਤੁਸੀਂ ਇਸ ਲਈ ਉਹ 20% ਕਰਕੇ ਤੁਸੀਂ ਸੇਵ ਕਰ ਸਕਦੇ ਹੋ ਫॉर 3 years, ਫਿਰ ਤੁਸੀਂ ਇੱਕਦਮ ਖਰਚ ਕਰ ਸਕਦੇ ਹੋ। ਉਹ ਡਿਪੈਂਡਸ ਹਾਊ ਯੂ ਵਾਂਟ ਟੂ ਮੈਨੇਜ ਦੈਟ। ਠੀਕ ਹੈ। ਫਿਰ ਜਦੋਂ ਆਪਾਂ ਸੇਵਿੰਗ ਦੇ ਅੰਦਰ ਜਾਂਦੇ ਹਾਂ, ਸੇਵਿੰਗ ਦੇ ਅੰਦਰ ਕਿੱਦਾਂ ਸੇਵਿੰਗ ਹੁੰਦੀ ਹੈ? ਆਈ ਬਲੀਵ ਕਿ ਉਹਦੇ ਅੰਡਰ ਵੀ ਫੋਲਡਰ ਬਣਦੇ ਨੇ। ਹਾਂ, ਤੁਸੀਂ ਉਹਨੂੰ ਫਰਦਰ ਬਜਟਿੰਗ ਕਰ ਸਕਦੇ ਹੋ। ਸੇਵਿੰਗ ਜਦੋਂ ਇੱਕ ਹੋ ਜਾਂਦੀ ਹੈ ਤੇ ਫਿਰ ਨੈਕਸਟ ਸਟੈਪ ਆਉਂਦਾ, ਆਪਣਾ ਲੌਜੀਕਲ ਸਟੈਪ ਜਿਹੜਾ ਹੈਗਾ ਉਹ ਹੈਗਾ ਵੀ ਪੈਸਾ ਆਪਾਂ ਗਰੋ ਕਰਨਾ। ਜੇ ਸੇਵਿੰਗ ਇਕੱਲਾ ਸੇਵਿੰਗ ਇਜ਼ ਨਾਟ ਇਨਫ, ਰਾਈਟ। ਤੋ ਉਹ ਹੈਗਾ ਇਨਵੈਸਟਿੰਗ। ਇਨਵੈਸਟ ਕਰਕੇ ਪੈਸਾ ਗਰੋ ਹੁੰਦਾ ਅਤੇ ਉਹਦੇ ਵਿੱਚ ਫਿਰ ਫਰਦਰ ਡਿਵਰਸੀਫਿਕੇਸ਼ਨ ਆ ਜਾਂਦੀ ਹੈਗੀ ਆ। ਇੱਕ ਤਾਂ ਪਾਰਟ ਹੁੰਦਾ ਉਹਦਾ ਵੀ ਤੁਸੀਂ ਕੈਪੀਟਲ ਪ੍ਰੀਜ਼ਰਵ ਕਰਕੇ ਰੱਖਣਾ। ਇੱਕ ਥੋੜ੍ਹਾ ਹੁੰਦਾ ਵੀ ਐਮਰਜੈਂਸੀ ਫੰਡ ਵੀ ਬਣਾਉਣਾ, ਵੀ ਕਦੇ ਊਚ ਨੀਚ ਹੋ ਗਈ ਆਪਣੀ ਜੋਬ ਦੇ ਵਿੱਚ ਜਾਂ ਹੈ ਨਾ ਆਪਣੀ ਫਾਈਨੈਂਸ਼ੀਅਲ ਲਾਈਫ ਦੇ ਵਿੱਚ, ਤਾਂ ਇੰਨਾ ਕੁ ਪੈਸਾ ਹੋਣਾ ਚਾਹੀਦਾ ਬੰਦਾ ਵੀ ਕੁਛ ਟਾਈਮ ਆਪਣਾ ਵਧੀਆ ਗੁਜ਼ਾਰਾ ਕਰ ਸਕੇ। ਤਾਂ ਜਦੋਂ ਆਪਾਂ ਐਮਰਜੈਂਸੀ ਫੰਡ ਦੀ ਗੱਲ ਕਰਦੇ ਹਾਂ, ਕਿੰਨਾ ਕੁ ਇਨਫ ਹੁੰਦਾ ਸੇਵਿੰਗ ਐਮਰਜੈਂਸੀ ਫੰਡ ਦੇ ਵਿੱਚ ਰੱਖਣਾ ਪੈਸਾ? ਉਹ ਵੀ ਥੋੜ੍ਹਾ ਜਿਹਾ ਪਰਸਨਲੀ ਡਿਪੈਂਡ ਕਰਦਾ ਬੰਦੇ ਨੂੰ ਕਿੰਨੀ ਕੁ ਸੈਂਸ ਆਫ ਸਿਕਿਉਰਿਟੀ ਚਾਹੀਦੀ ਹੈਗੀ ਆ। ਨੋਰਮਲੀ ਜੋ ਹੈਗਾ ਅਸੀਂ ਮਿਨੀਮਮ 3 months ਦੀ ਐਮਰਜੈਂਸੀ ਫੰਡ ਅਸੀਂ ਨੋਰਮਲੀ ਕਹਿੰਦੇ ਵੀ ਐਟਲੀਸਟ 3 months ਦੀ ਜਿੰਨੀ ਇਨਕਮ ਹੈਗੀ ਆ ਬੰਦੇ ਦੀ, ਉਹਨਾਂ ਇੱਕ ਸਿੰਗਲ ਬੰਦੇ ਵਾਸਤੇ ਹੋਣਾ ਚਾਹੀਦਾ। ਅਗਰ ਬੰਦਾ ਫੈਮਿਲੀ ਵਾਲਾ ਹੈ ਤੇ ਕਪਲ ਹੈਗਾ ਤਾਂ 6 month ਦੀ ਜਿੰਨੀ ਇਨਕਮ ਹੈਗੀ ਆ ਉਨੀ ਤੁਹਾਡੀ ਐਮਰਜੈਂਸੀ ਫੰਡ 'ਚ ਹੋਣੀ ਚਾਹੀਦੀ ਹੈ। ਐਮਰਜੈਂਸੀ ਫੰਡ ਮਤਲਬ ਇਹ ਨਹੀਂ ਵੀ ਬਿਲਕੁਲ ਪੈਸਾ ਖੁੱਲ੍ਹਾ ਹੈ, ਤੁਸੀਂ GICs ਵਗੈਰਾ ਕਰਾ ਸਕਦੇ ਹੋ, ਬਟ ਜਿਹੜੇ ਇਮੀਡੀਏਟ ਤੁਹਾਡੇ ਲਿਕੁਇਡ ਹੋਣ, ਕੈਸ਼ੇਬਲ ਜਿਹੜੇ GICs, ਮਤਲਬ ਕਿ ਉਹ ਕੈਸ਼ ਪੈਸਾ ਪਿਆ ਹੋਵੇ ਉਹ ਐਮਰਜੈਂਸੀ ਫੰਡ। ਹਾਂਜੀ, ਕਾਈਂਡ ਆਫ ਬਿਨਾਂ ਪੈਨਲਟੀ ਤੋਂ ਜਿਹੜਾ ਤੁਸੀਂ ਕਦੇ ਵੀ ਕਰ ਸਕਦੇ ਹੋ। ਥੋੜ੍ਹਾ ਇੰਟਰਸਟ ਵੀ ਤੁਹਾਨੂੰ ਵਧੀਆ ਮਿਲੇਗਾ ਉਹਦੇ 'ਚ। ਅਤੇ ਜੇ ਤੁਹਾਡੇ ਬੱਚੇ ਵੀ ਨਾਲ ਹੈਗੇ ਆ ਤਾਂ ਤੁਹਾਡੇ ਐਟਲੀਸਟ 8 to 12 month ਦੇ ਐਮਰਜੈਂਸੀ ਫੰਡ ਹੋਣੇ ਚਾਹੀਦੇ ਐਮਰਜੈਂਸੀ। ਪਰ ਉਹਦੇ ਵਿੱਚ ਕਈ ਵਾਰ ਸਕੇਅਰਸਿਟੀ ਹੋ ਜਾਂਦੀ ਹੈ। ਜਿਹੜਾ ਬੰਦਾ ਅਸਲ 'ਚ ਸ਼ੁਰੂ ਕਰ ਰਿਹਾ ਰਾਈਟ ਨਾਓ ਕਿ ਮੈਂ ਸੇਵ ਕਰਨਾ ਸ਼ੁਰੂ ਕਰਾਂ, ਮੈਂ ਬੜਾ ਸੀਰੀਅਸ ਹੋ ਗਿਆ ਆਪਣੇ ਪਰਸਨਲ ਫਾਈਨੈਂਸ ਨੂੰ ਲੈ ਕੇ, ਹੈ ਨਾ, ਤਾਂ ਉਹ ਇੱਕ ਬੜਾ ਵੱਡਾ ਸਟੈਪ ਜਿਹਾ ਲੱਗਦਾ ਕਿ ਤੁਸੀਂ ਸਾਲ ਦੇ ਪੈਸੇ ਸੇਵ ਕਰਨੇ ਹੈ ਨਾ, ਪਹਿਲਾਂ ਤਾਂ ਸਾਲ ਦੇ ਫਿਰ ਉਹਨੂੰ ਸੇਵਿੰਗ। ਪਰ ਆਈ ਮੀਨ ਲਾਈਕ ਜੇ ਤੁਸੀਂ ਕੰਸਿਸਟੈਂਟ ਰਹਿੰਦੇ ਆ ਤਾਂ ਆਪਣੀ ਪਹਿਲਾਂ ਵੀ ਗੱਲ ਚੱਲ ਰਹੀ, ਅਗਰ ਤੁਸੀਂ ਕੰਸਿਸਟੈਂਟ ਰਹਿੰਦੇ ਆ ਤਾਂ ਤੁਸੀਂ ਉਹ ਗੋਲ ਵਿੱਚ 1 ਸਾਲ ਜਾਂ 2 ਸਾਲ ਦੇ ਵਿੱਚ ਪਹੁੰਚ ਜਾਂਦੇ ਆ। ਪਰ ਇਹ ਵੀ ਨਹੀਂ ਟਰਾਈ ਕਰਨੀ ਕਿ ਤੁਸੀਂ ਬਸ ਐਮਰਜੈਂਸੀ ਫੰਡ ਸੇਵ ਕਰਨ ਤੇ ਹੋ ਜਾਓ ਸਾਲ ਲਈ, ਕਿ ਮਤਲਬ ਕਿ ਉਹਨੂੰ ਕੰਸਿਸਟੈਂਸ ਰੱਖੋ ਕਿ 1 ਸਾਲ 2 ਸਾਲ ਦੇ ਵਿੱਚ ਤੁਸੀਂ ਉੱਥੇ ਪਹੁੰਚ ਜਾਓਗੇ। ਥੋੜ੍ਹਾ ਉਹੀ ਨਾ, ਉਹ ਸ਼ਾਰਟ ਟਰਮ ਕਾਈਂਡ ਆਫ ਗੋਲ ਬਣਾ ਲਓ ਵੀ ਨੈਕਸਟ 3 to 5 year ਦੇ ਵਿੱਚ ਮੈਂ ਆਪਣਾ ਇੱਕ ਐਮਰਜੈਂਸੀ ਫੰਡ ਬਣਾਉਣਾ ਹੈਗਾ, ਰਾਈਟ। ਉਸ ਤੋਂ ਬਾਅਦ ਜਿਹੜੀ ਸੇਵਿੰਗ, ਉਸ ਤੋਂ ਬਾਅਦ ਜਿਹੜਾ ਪੈਸਾ ਬਚਦਾ ਆ ਉਹ ਕਿੱਦਾਂ ਗਰੋ ਕਰਨਾ, ਉਹ ਉਸ ਤੋਂ ਬਾਅਦ ਸੇਵਿੰਗ ਦੇ ਵਿੱਚ ਆਪਣਾ ਨੈਕਸਟ ਸਟੈਪ ਆ ਜਾਂਦਾ। ਸੇਵਿੰਗ ਦੇ ਵਿੱਚ ਸਬ ਕੈਟਾਗਰੀ ਹੈਗੀ ਤੁਹਾਡੀ ਇਨਵੈਸਟਮੈਂਟ।
ਇਨਵੈਸਟਮੈਂਟ, ਹਾਂ ਹਾਂਜੀ ਇਨਵੈਸਟਮੈਂਟ ਬੇਸਿਕਲੀ ਇਨਵੈਸਟਮੈਂਟ ਦੇ ਵਿੱਚ ਫਿਰ ਸਬ ਕੈਟਾਗਰੀਜ਼ ਆ ਜਾਂਦੀਆਂ। ਉਹਦੇ ਵਿੱਚ ਤੁਸੀਂ ਇੱਕ ਤਾਂ ਹੁੰਦੀ ਹੈ ਫਿਕਸਡ ਐਸੈਟ ਕਲਾਸ ਦੇ ਵਿੱਚ ਕਿੰਨਾ ਪੈਸਾ ਪਾਉਣਾ, ਤੇ ਨਾਨ ਫਿਕਸਡ ਐਸੈਟ ਇਹ ਕਲਾਸ। ਫਿਕਸ ਐਸਟ ਕਲਾਸ ਕੀ ਹੁੰਦੀ ਹੈ? ਫਿਕਸਡ ਐਸੈਟ ਕਲਾਸ ਉਹ ਹੁੰਦੀ ਹੈ ਜਿਹਦੇ 'ਚ ਆਪਣਾ ਕੈਪੀਟਲ ਪ੍ਰੋਟੈਕਟਡ ਰਹਿੰਦਾ ਹਮੇਸ਼ਾ, ਕਿ ਮਤਲਬ ਜਿੰਨਾ ਜੇ ਤੁਸੀਂ $100 ਪਾਉਣੇ ਆ ਤਾਂ $100 ਤੁਹਾਡਾ ਹਮੇਸ਼ਾ ਉੱਥੇ ਪਿਆ ਰਹੇਗਾ। ਬਿਲਕੁਲ, ਤੇ ਨਾਲ ਤੁਹਾਨੂੰ ਇੱਕ ਜਿਹੜੀ ਨੋਨ ਗਰੰਟਡ ਰਿਟਰਨ ਉਹਦੀ ਮਿਲਦੀ ਰਹੇਗੀ। ਮਤਲਬ ਕਿ ਤੁਸੀਂ ਅਗਰ $100 ਉਹਦੇ ਵਿੱਚ ਰੱਖਿਆ ਹੋਇਆ, $100 ਤੁਸੀਂ ਕਦੇ ਵੀ ਕਢਾ ਸਕਦੇ ਹੋ, $100 ਨਹੀਂ ਲੂਜ਼ ਹੋਏਗਾ। ਤੇ ਤੁਹਾਨੂੰ ਤੁਹਾਨੂੰ ਉਹਦੇ ਤੇ ਹਰ ਇੱਕ ਮੰਥ ਜਾਂ ਹਰ ਇੱਕ 6 ਮੰਥ ਜਿਹੜੀ ਰਿਟਰਨ ਵੀ ਉਹਦੀ ਗਰੰਟਡ ਹੀ ਹੁੰਦੀ ਹੈ ਤਕਰੀਬਨ। ਫੋਰ ਐਗਜ਼ਾਮਪਲ ਤੁਸੀਂ GIC 'ਚ ਪਾਉਂਦੇ ਆ, ਜਿਵੇਂ ਆਪਣੇ ਫਿਕਸਡ ਡਿਪੋਜ਼ਿਟ ਕਹਿੰਦੇ ਨੇ ਇੰਡੀਆ ਦੇ ਵਿੱਚ, FD ਆਪਾਂ ਨੂੰ ਪਤਾ ਵੀ 6% 7% ਆਪਾਂ ਨੂੰ ਸਾਲ ਦਾ ਵਿਆਜ ਮਿਲਣਾ, ਆਪਣਾ ਪ੍ਰਿੰਸੀਪਲ ਵੀ ਪ੍ਰੋਟੈਕਟਡ ਹੈ ਤੇ ਵਿਆਜ ਵੀ ਆਪਾਂ ਨੂੰ ਪਤਾ ਵੀ ਇੰਨੀ ਕੀ ਕਮਾਣੀ ਹੈ, ਦੈਟਸ ਇਟ ਰਾਈਟ। ਤੇ ਬਟ ਉਹਦੇ 'ਚ ਕੀ ਹੈ, ਤੁਹਾਡੇ 2 ਗੋਲ ਅਚੀਵ ਹੋ ਜਾਂਦੇ ਤੁਹਾਡੀ ਇਨਵੈਸਟਮੈਂਟ ਦੀ, ਕਿਉਂਕਿ ਮੇਨ 3 ਗੋਲ ਹੁੰਦੇ ਆ। ਇੱਕ ਤਾਂ ਤੁਹਾਡੀ ਪ੍ਰੋਟੈਕਸ਼ਨ ਰਵੇ ਤੁਹਾਡੇ ਕੈਪੀਟਲ ਦੀ, ਸੈਕੰਡ ਵੀ ਤੁਹਾਡੀ ਇੱਕ ਰੈਗੂਲਰ ਇਨਕਮ ਆਵੇ, ਚਾਹੇ ਉਹ FD ਤੋਂ ਹੋਵੇ ਚਾਹੇ ਕੋਈ ਰੈਂਟਲ ਇਨਕਮ ਆ ਨਾ, ਕੋਈ ਤੁਸੀਂ ਪ੍ਰੋਪਰਟੀ ਅਗਰ ਬਾਏ ਕੀਤੀ ਹੈ, ਤੇ ਥਰਡ ਹੁੰਦਾ ਤੁਹਾਡੀ ਗਰੋਥ ਕਰਨੀ, ਉਹਨੂੰ ਆਪਣੇ ਕੈਪੀਟਲ ਨੂੰ ਐਪਰੀਸ਼ੀਏਟ ਕਿੱਦਾਂ ਕਰਨਾ, ਐਪਰੀਸ਼ੀਏਸ਼ਨ ਆ ਜਾਂਦੀ ਹੈ। ਤੇ ਇਹ ਤਾਂ ਪਾਰਟ ਹੋ ਗਿਆ। ਹੁਣ ਜਿਹੜੇ ਫਿਕਸ ਐਸੈਟ ਕਲਾਸ ਦੇ ਵਿੱਚ ਹੁਣ ਕਾਫੀ ਤਰ੍ਹਾਂ ਦੇ ਇੰਸਟਰੂਮੈਂਟਸ ਆ ਜਾਂਦੇ ਆ ਜਿਹਦੇ ਥਰੂ ਆਪਾਂ ਇਨਵੈਸਟ ਕਰਦੇ ਹਾਂ। ਜਿਵੇਂ ਆਪਾਂ FD ਦੀ GIC ਦੀ ਇੱਕ ਗੱਲ ਕਰ ਲਈ ਹੈ ਨਾ, ਟ੍ਰੈਜਰੀ ਬਿਲਸ ਹੋ ਗਏ ਜਿਹਦੇ ਵਿੱਚ ਤੁਹਾਨੂੰ ਇੱਕ ਫਿਕਸਡ ਆਉਂਦੀ ਹੈ, ਬੌਂਡਸ ਹੋ ਗਏ। ਇੱਥੇ ਵੈਸਟਰਨ ਕਲਚਰ ਦੇ ਵਿੱਚ ਬੌਂਡਸ ਬਹੁਤ ਫੇਮਸ ਆ। ਇਹ ਆ ਜਾਂਦੀ ਹੈ ਆਪਣੇ ਫਿਕਸ ਐਸੈਟ ਕਲਾਸ ਦੇ ਵਿੱਚ, ਰਾਈਟ। ਇਹ ਫਿਕਸ ਐਸੈਟ ਕਲਾਸ ਦਾ ਪਾਰਟ ਹੈਗਾ। ਤੇ ਜਦੋਂ ਫਿਰ ਉਸ ਤੋਂ ਬਾਅਦ ਇੱਕ ਤਾਂ ਆਪਾਂ ਜਦੋਂ ਇਨਵੈਸਟਿੰਗ ਦੀ ਗੱਲ ਕੀਤੀ ਕਿ ਤੁਸੀਂ ਇਨਵੈਸਟ ਕਰਨਾ ਵਾ, ਤੁਸੀਂ ਫਿਕਸ ਐਸੈਟ ਕਲਾਸ ਦੇ ਵਿੱਚ ਕਰੋ, ਤੇ ਇੱਕ ਤੁਸੀਂ ਮੈਂਸ਼ਨ ਕੀਤਾ ਸੀ ਨਾਨ ਫਿਕਸ ਐਸੈਟ ਕਲਾਸ, ਰਾਈਟ। ਯਾ ਨਾਨ ਫਿਕਸਡ ਐਸੈਟ ਕਲਾਸ ਜਿਹਨੂੰ ਆਪਾਂ ਕਹਿੰਦੇ ਹਾਂ ਗਰੋਥ ਮਨੀ, ਰਾਈਟ। ਤੇ ਉਹ ਹੁੰਦੀ ਹੈ ਜਿਹਦੇ 'ਚ ਆਪਣਾ ਪ੍ਰਿੰਸੀਪਲ ਵੀ ਥੋੜ੍ਹਾ ਰਿਸਕ 'ਤੇ ਹੁੰਦਾ। ਆਪਾਂ ਲਗਾਉਂਦੇ ਹਾਂ ਫੋਰ ਐਗਜ਼ਾਮਪਲ ਸਟਾਕ ਮਾਰਕੀਟ, ਉਹਦਾ ਇੱਕ ਵੱਡਾ ਐਗਜ਼ਾਮਪਲ ਹੈ ਨਾ, ਜਾਂ ਕਮੋਡਿਟੀ ਆਪਾਂ ਕੋਈ ਆਇਲ ਗੈਸ ਬਾਏ ਕਰ ਲਈ, ਜਾਂ ਸੋਨਾ ਚਾਂਦੀ ਆਪਾਂ ਬਾਏ ਕਰ ਲਿਆ ਨਾ, ਇੰਡਸਟਰੀਅਲ ਕਮੋਡਿਟੀ ਕੋਈ ਕਾਪਰ ਬਾਏ ਕਰ ਲਿਆ, ਇਹ ਸਾਰੇ ਥੋੜ੍ਹਾ ਰਿਸਕ ਹੁੰਦਾ ਉਹਦੇ 'ਚ। ਉਹ ਪ੍ਰਾਈਸ ਉੱਪਰ ਨੀਚੇ ਵੀ ਜਾ ਸਕਦਾ ਤੇ ਕੋਈ ਗਰੰਟੀ ਨਹੀਂ ਹੁੰਦੀ। ਈਵਨ ਰੀਅਲ ਸਟੇਟ ਵੀ ਸਮਹਾਓ ਤੁਸੀਂ ਪ੍ਰਾਈਸ ਉੱਪਰ ਵੀ ਜਾਂਦਾ ਨੀਚੇ ਵੀ ਜਾਂਦਾ, ਤੇ ਉਹਦੇ 'ਚ ਤੁਹਾਡਾ ਪ੍ਰਿੰਸੀਪਲ ਪ੍ਰੋਟੈਕਟਡ ਨਹੀਂ ਹੁੰਦਾ, ਰਿਸਕ ਹੁੰਦਾ ਆ, ਬਟ ਐਪਰੀਸ਼ੀਏਸ਼ਨ ਵੀ ਜ਼ਿਆਦਾ ਹੁੰਦੀ ਹੈ। ਨਾਰਮਲ 4-5% ਤੋਂ ਕਿਤੇ ਜ਼ਿਆਦਾ ਐਪਰੀਸ਼ੀਏਸ਼ਨ ਆਪਾਂ ਨੂੰ ਮਿਲਦੀ ਹੈ, ਰਾਈਟ। ਮਤਲਬ ਇੱਦਾਂ ਕਹਿ ਸਕਦੇ ਕਿ ਨਾਨ ਫਿਕਸ ਐਸੈਟ ਕਲਾਸ ਦੇ ਵਿੱਚ ਜਿਹੜੀ ਇੱਕ ਰਿਸਕ ਫੈਕਟਰ ਵੀ ਜ਼ਿਆਦਾ ਹੁੰਦਾ ਵਾ ਜੀ। ਰਿਸਕ ਫੈਕਟਰ ਕੀ ਮਤਲਬ ਕਿ ਤੁਸੀਂ $100 ਪਾ ਰਹੇ ਆ ਤਾਂ $100 ਵੀ ਤੁਹਾਡਾ ਦਾਅ 'ਤੇ ਆ ਜੀ। ਉਹ $100 ਤੋਂ $200 ਵੀ ਹੋ ਸਕਦਾ ਵਾ, ਕਿ ਗਰੋਥ ਵੀ ਜ਼ਿਆਦਾ ਹੋ ਸਕਦੀ ਉਸ ਪੈਸੇ ਦੀ, ਪਰ ਉਹ ਵਾਪਸ 50 ਤੇ ਵੀ ਆ ਸਕਦਾ ਵਾ। ਯਾ ਐਨੀਥਿੰਗ ਕੈਨ ਹੈਪਨ। ਉਹ ਡਿਪੈਂਡ ਕਰਦਾ ਵੀ ਕਿਹੜੇ ਰਿਸਕ ਐਸੈਟ ਤੁਸੀਂ ਚੂਜ਼ ਕਰਦੇ ਹੋ, ਉਹਦੇ 'ਤੇ ਫਿਰ ਬਹੁਤ ਡਿਪੈਂਡੈਂਸੀ ਆ ਜਾਂਦੀ ਹੈ। ਫੋਰ ਐਗਜ਼ਾਮਪਲ ਜਿੱਦਾਂ ਕ੍ਰਿਪਟੋ ਆ, ਦੈਟ ਇਜ਼ ਆਲਸੋ ਪਾਰਟ ਆਫ ਨਾਨ ਫਿਕਸਡ ਐਸੈਟ ਕਲਾਸ, ਰਾਈਟ। ਨਵੀਂ ਐਸੈਟ ਕਲਾਸ ਬਣ ਗਈ, ਐਂਡ ਦੈਟਸ ਵੈਰੀ ਰਿਸਕੀ। ਉਹ ਤੁਹਾਡਾ ਪੈਸਾ 10 ਟਾਈਮਸ ਵੀ ਹੋ ਸਕਦਾ 1 ਈਅਰ ਦੇ ਵਿੱਚ, ਉਹ ਆਲਮੋਸਟ ਜ਼ੀਰੋ ਵੀ ਹੋ ਸਕਦਾ, ਰਾਈਟ। ਤੇ ਇਹ ਦੋਨੋਂ ਸਾਈਡ ਹੀ ਹੈ, ਜਿੰਨਾ ਤੁਸੀਂ ਰਿਸਕ ਲਓਗੇ ਉਸ ਹਿਸਾਬ ਨਾਲ ਰਿਵਾਰਡ ਮਿਲਦਾ ਹੈ। ਸੋ ਇਹਦੇ 'ਤੇ ਵੀ ਭਾਜੀ ਕੋਈ ਨੰਬਰ ਹੈਗੇ ਕਿ ਤੁਹਾਨੂੰ ਕਿੰਨਾ ਪੈਸਾ ਇਨਵੈਸਟ ਕਰਨਾ ਚਾਹੀਦਾ, ਕਿ ਤੁਹਾਡੀ ਇਨਕਮ ਦਾ ਕਿੰਨਾ ਐਟਲੀਸਟ ਮਿਨੀਮਮ ਪੋਰਸ਼ਨ ਹੋਵੇ ਜਿਹੜਾ ਕਿ ਤੁਸੀਂ ਇਨਵੈਸਟ ਰੈਗੂਲਰਲੀ ਕਰ ਰਹੇ ਹੋ, ਤਾਂ ਉਹਦਾ ਬੈਸਟ ਅਗਰ ਪੋਸੀਬਲ ਵੇ ਆਪਾਂ ਦੱਸ ਦਈਏ। ਚਲੋ ਕਿਉਂਕਿ ਇਹ ਤਾਂ ਇਨਵੈਸਟਮੈਂਟ ਇੱਕ ਬਹੁਤ ਵੱਡਾ ਟੌਪਿਕ ਹੈ ਕਿ ਤੁਸੀਂ ਕਿੱਦਾਂ ਇਨਵੈਸਟਮੈਂਟ ਕਰਨਾ, ਉਹ ਆਪਾਂ ਨੈਕਸਟ ਕਿਸੇ ਕਮਿੰਗ ਟੌਪਿਕ ਲਈ ਰੱਖਾਂਗੇ। ਪਰ ਕੁਛ ਫਿਕਸ ਨੰਬਰ ਹੈ ਕਿ ਮਿਨੀਮਮ ਇੰਨਾ ਕੁ ਤਾਂ ਤੁਹਾਨੂੰ ਇਨਵੈਸਟ ਕਰਨਾ ਚਾਹੀਦਾ ਆਊਟ ਆਫ ਜਿੰਨੀ ਵੀ ਤੁਹਾਡੀ ਇਨਕਮ। ਹਾਂ, ਪਹਿਲਾਂ ਤਾਂ ਆਪਾਂ ਇਹਨੂੰ ਆਪਾਂ ਫਿਨਿਸ਼ ਕਰ ਲੈਂਦੇ ਹਾਂ ਇਨਵੈਸਟਮੈਂਟ ਸਾਈਡ ਨੂੰ, ਵੀ ਜਿੰਨਾ ਵੀ ਪੈਸਾ ਆਪਣੇ ਕੋਲ ਹੈਗਾ ਸੇਵਿੰਗ ਦੇ ਵਿੱਚ, ਉਹਦੇ 'ਚ ਕਿੰਨਾ ਫਿਕਸਡ ਐਸੈਟ 'ਚ ਲਗਾਉਣਾ ਚਾਹੀਦਾ ਇੱਕ ਬੰਦੇ ਨੂੰ, ਤੇ ਕਿੰਨਾ ਨਾਨ ਫਿਕਸ ਐਸੈਟ 'ਚ ਲਗਾਉਣਾ ਚਾਹੀਦਾ। ਮਤਲਬ ਕਿ ਉਹ ਵੀ ਤੁਹਾਨੂੰ ਡਿਵਾਈਡ ਕਰਕੇ ਲਾਉਣਾ ਚਾਹੀਦਾ। ਉਹ ਵੀ ਡਾਇਵਰਸੀਫਾਈ ਤੁਹਾਨੂੰ ਕਰਕੇ ਲਾਉਣਾ ਚਾਹੀਦਾ। ਪਹਿਲਾਂ ਤਾਂ ਉਹਦੇ 'ਚ ਪਹਿਲਾ ਪਾਰਟ ਆ ਜਾਂਦਾ ਵੀ ਨਾਰਮਲੀ ਜਿਹੜਾ ਹੈਗਾ ਬੇਸਿਕਲੀ ਤਾਂ ਬੰਦੇ ਦੀ ਰਿਸਕ ਪ੍ਰੋਫਾਈਲ 'ਤੇ ਹੁੰਦਾ ਵੀ ਕਿੰਨਾ ਕੁ ਰਿਸਕ ਲੈਣਾ ਚਾਹੁੰਦਾ ਬੰਦਾ, ਤੇ ਉਸ ਹਿਸਾਬ ਨਾਲ ਬੰਦਾ ਹੈ ਨਾ ਗਰੋਥ ਵਾਲੀ ਸਾਈਡ ਜ਼ਿਆਦਾ ਕਰਦਾ ਹੈਗਾ। ਜੇ ਕੋਈ ਰਿਸਕ ਬਹੁਤ ਘੱਟ ਲੈਣਾ ਚਾਹੁੰਦਾ, ਕਈ ਬੰਦੇ ਦੇਖਿਆ ਵੀ ਦੇ ਡੋਨਟ ਵਾਂਟ ਟੂ ਟੇਕ ਐਨੀ ਰਿਸਕ, ਉਹ ਸਾਰਾ FD 'ਚ ਹੀ ਰੱਖਦੇ ਆ ਪੈਸਾ, ਜਾਂ ਗੋਲਡ ਵਗੈਰਾ ਵਿੱਚ ਹੀ ਰੱਖਦੇ ਨੇ। ਤੇ ਇਹਦੇ 'ਚ ਨਾਰਮਲੀ ਜੋ ਹੁੰਦਾ ਆ ਵੀ ਤੁਹਾਡੀ 100 ਮਾਈਨਸ ਏਜ ਇੱਕ ਫਾਰਮੂਲਾ ਯੂਜ਼ ਕੀਤਾ ਜਾਂਦਾ ਹੈ। ਫੋਰ ਐਗਜ਼ਾਮਪਲ ਜੇ ਤੁਸੀਂ ਯੰਗ ਹੈਗੇ ਹੋ ਤਾਂ ਤੁਸੀਂ ਜ਼ਿਆਦਾ ਰਿਸਕ ਐਸੈਟ ਕਲਾਸ ਵਿੱਚ ਪੈਸਾ ਲਗਾ ਸਕਦੇ ਹੋ। ਫੋਰ ਐਗਜ਼ਾਮਪਲ ਅਗਰ ਤੁਸੀਂ 30 ਈਅਰ ਜਾਂ 20 ਈਅਰ ਓਲਡ ਹੈਗੇ ਹੋ ਤਾਂ 100 ਮਾਈਨਸ 20 ਤਾਂ 80% ਤੁਸੀਂ ਰਿਸਕ ਐਸੈਟ ਕਲਾਸ 'ਚ ਲਗਾ ਸਕਦੇ ਹੋ, ਤੇ 20% ਐਟਲੀਸਟ ਤੁਹਾਨੂੰ ਫਿਕਸਡ ਐਸੈਟ 'ਚ ਲਗਾਉਣਾ ਚਾਹੀਦਾ। ਬਟ ਅਗਰ ਤੁਸੀਂ 50 ਈਅਰ ਓਲਡ ਹੈਗੇ ਆ ਤਾਂ 50-50 ਹੋ ਜਾਂਦਾ, ਤਾਂ ਕਿ ਐਟਲੀਸਟ 50% ਪੈਸਾ ਤੁਹਾਡਾ ਹਮੇਸ਼ਾ ਪ੍ਰੋਟੈਕਟਡ ਰਹੇ, ਤੁਹਾਡੀ ਇੱਕ ਫਿਕਸਡ ਰਿਟਰਨ ਆਵੇ, ਰਾਈਟ, ਗਰੰਟਡ ਰਿਟਰਨ ਆਵੇ, ਤੇ 50% ਤੁਸੀਂ ਰਿਸਕ 'ਤੇ ਲਗਾ ਸਕਦੇ ਹੋ। ਇੱਦਾਂ ਜੋ ਤੁਸੀਂ ਓਲਡ ਹੁੰਦੇ ਜਾਂਦੇ ਹੋ ਤੁਹਾਡਾ ਉਹ ਫੈਕਟਰ ਮਤਲਬ ਕਿ ਫੈਕਟਰ ਘਟਦਾ ਜਾਂਦਾ, ਕਿ ਰਿਸਕ ਫੈਕਟਰ ਘਟਦਾ ਜਾਂਦਾ, ਕਿ ਤੁਸੀਂ ਉਸ ਏਜ 'ਤੇ ਆ ਕੇ ਰਿਸਕ ਨਹੀਂ ਲੈ ਸਕਦੇ। ਮੰਨ ਲਓ ਕਿ ਤੁਸੀਂ 50 ਦੇ ਹੋ ਤਾਂ ਤੁਸੀਂ ਚੱਕ ਕੇ ਜਿਹੜਾ ਪੈਸਾ ਕਿਉਂਕਿ ਰਿਕਵਰੀ ਟਾਈਮ ਤੁਹਾਡਾ ਘੱਟ ਜਾਂਦਾ। ਅਗਰ ਤੁਸੀਂ 20 ਈਅਰ ਓਲਡ ਤੇ ਤੁਸੀਂ ਪੈਸਾ ਲੂਜ਼ ਵੀ ਕਰ ਲਿਆ ਰਿਸਕ ਐਸੈਟ ਦੇ ਵਿੱਚ, ਬਣਾ ਲਓਗੇ। ਹਾਂ, ਤੁਹਾਡੇ ਕੋਲੇ ਟਾਈਮ ਹੈਗਾ, ਤੁਹਾਡੇ ਕੋਲ ਟਾਈਮ ਵੈਲਿਊ ਹੈਗੀ। ਟਾਈਮ ਦੇ ਉੱਪਰ ਇਹਨੂੰ ਸਿੰਪਲੀਫਾਈਡ ਜਿਹੜਾ ਆਪਾਂ ਨੂੰ ਬਹੁਤ ਕੰਪਲੀਕੇਟ ਕਰ ਲੈਂਦੇ ਹਾਂ ਆਪਾਂ ਨਾਰਮਲੀ ਜਦੋਂ ਇਨਵੈਸਟਮੈਂਟ ਦੇ ਵਿੱਚ,
ਜੇ ਤੁਸੀਂ ਸਿੰਪਲ ਵੀ ਇਨਵੈਸਟਮੈਂਟ ਕਰੋ ਨਾ, ਜਿੱਦਾਂ ਆਪਾਂ S&P 500 ਜੋ ਅਮਰੀਕਾ ਦਾ ਸਭ ਤੋਂ ਵੱਡਾ ਇੰਡੈਕਸ ਆ, ਈਵਨ ਦੁਨੀਆ ਦਾ ਸਭ ਤੋਂ ਵੱਡਾ ਇੰਡੈਕਸ ਆ, ਅਮਰੀਕਨ ਦੀਆਂ ਟੌਪ 500 ਕੰਪਨੀਆਂ ਉਹਦੇ 'ਚ ਆ ਜਾਂਦੀਆਂ, ਰਾਈਟ। ਉਹਦੇ ਵਿੱਚ ਵੀ ਆਪਾਂ ਅਗਰ ਉਹਦੀ ਗਰੋਥ ਦੇਖੀਏ, ਅਗਰ ਉਹਦੀ ਆਪਾਂ ਰਿਟਰਨ ਦੇਖਦੇ ਹਾਂ, ਇਨਸੈਪਸ਼ਨ ਜਦੋਂ 1957 ਤੋਂ ਸਟਾਰਟ ਹੋਇਆ ਸੀ, ਅੱਜ ਤੱਕ ਉਹਦੀ ਐਵਰੇਜ ਗਰੋਥ ਹੈਗੀ ਹੈ 10.5% ਤੋਂ ਜ਼ਿਆਦਾ, ਠੀਕ ਹੈ। ਤੁਹਾਨੂੰ ਮਿਲਦਾ ਹਾਂ, ਅਗਰ ਤੁਸੀਂ ਇੱਕ ਸਿੰਪਲ ਜਿਹਾ, ਮੈਂ ਵੀਡੀਓ ਵੀ ਬਣਾਇਆ ਸੀਗਾ, $20 ਤੁਸੀਂ ਇਨਵੈਸਟ ਕਰਦੇ ਹੋ ਨਾ ਐਵਰੀ ਡੇ, ਹਾਂਜੀ, $20 ਇਜ਼ ਨਾਟ ਬਿਗ ਥਿੰਗ। ਇੱਕ ਬੰਦਾ $100 ਤਾਂ ਬਣਾਉਂਦਾ ਹੀ ਹੈ ਵੈਸਟਰਨ ਕੰਟਰੀ ਜਾ ਕੇ ਨਾ ਪਰ ਡੇ, $100 ਜਾਂ ਤੁਸੀਂ ਵੈਸਟ ਕਿਤੇ ਵੀ €100 ਜਾਂ £100 ਹੈ ਨਾ। ਜੇ ਤੁਸੀਂ $100 ਨਹੀਂ ਕਮਾਉਂਦੇ ਤਾਂ ਫਿਰ ਉਹ ਤੁਹਾਡੀ ਡਿਫਰੈਂਟ ਪ੍ਰੋਬਲਮ ਹੈਗੀ ਹੈ, ਰਾਈਟ। ਅਤੇ ਉਹਦੇ 'ਚ ਅਗਰ ਤੁਸੀਂ $20 ਵੀ ਕੌਨਸਟੈਂਟਲੀ ਐਵਰੀ ਡੇ ਪਾਉਂਦੇ ਹੋ ਤੁਸੀਂ, ਤਾਂ ਤੁਹਾਡੀ ਰਿਟਾਇਰਮੈਂਟ ਅਗਰ ਤੁਸੀਂ 30 ਤੋਂ ਸਟਾਰਟ ਕਰਦੇ, ਇਫ ਯੂ ਸਟਾਰਟ ਐਟ ਦ ਏਜ ਆਫ 30, ਤਾਂ ਤੁਹਾਨੂੰ ਐਟਲੀਸਟ 2.3 ਮਿਲੀਅਨ ਤੁਸੀਂ ਤੁਹਾਡੇ ਕੋਲ ਹੋਏਗਾ ਐਟ ਦ ਏਜ ਆਫ ਰਿਟਾਇਰਮੈਂਟ। ਕੁਛ ਨਹੀਂ ਕਰਨਾ, $20 ਇਜ਼ ਕਿੰਨੇ ਕੁ ਹੁੰਦੇ ਪੈਸੇ ਨਾ, 2 ਕਾਫੀ ਦਾ ਤੁਹਾਡੀ ਇੱਕ ਮੀਲ ਬਣ ਜਾਂਦੀ ਹੈ $20 ਦੀ। ਐਗਜ਼ੈਕਟਲੀ। ਬਟ ਉਹੀ ਅਗਰ ਤੁਸੀਂ ਅਰਲੀ ਏਜ ਤੋਂ ਸਟਾਰਟ ਕਰਦੇ ਹੋ, ਗੈਸ ਅਗਰ ਇਫ ਯੂ ਸਟਾਰਟ ਐਟ ਦ ਏਜ ਆਫ 20, ਤਾਂ ਤੁਹਾਡੀ ਰਿਟਰਨ ਹੋਏਗੀ 6.3 ਮਿਲੀਅਨ, ਐਨਜ਼ਿਊਮਿੰਗ ਦ ਸੇਮ ਅਗਰ ਆਪਾਂ ਨੂੰ ਰਿਟਰਨ ਮਿਲਦੀ ਹੈ S&P 500, ਹਾਂਜੀ, ਠੀਕ ਹੈ। ਪਰ ਉਹਦੇ ਨਾਲ ਹੋਰ ਵੀ ਬਹੁਤ ਆਪਟੀਮਾਈਜ਼ ਕਰਨ ਦੇ ਤਰੀਕੇ ਹੈਗੇ ਆ। ਬਟ ਇਹ ਨਹੀਂ ਹੈ ਵੀ ਜ਼ਰੂਰੀ ਨਹੀਂ ਵੀ ਆਪਾਂ ਨੂੰ ਬਹੁਤ ਥਾਊਜ਼ੈਂਡਸ ਆਫ ਡਾਲਰ ਹੀ ਇਨਵੈਸਟ ਕਰਨੇ ਆ, ਤਾਂ ਆਪਾਂ ਵੀ ਕੈਨ ਸਟਾਰਟ ਵਿਦ ਅ ਸਮਾਲ ਇਨਵੈਸਟਿੰਗ। ਪਰ ਉਹੀ ਕਿ ਤੁਹਾਨੂੰ ਸਮਾਲ ਪੋਰਸ਼ਨ ਤੋਂ ਇੱਕ ਹੈਬਿਟ ਬਣਾਉਣੀ ਪੈਂਦੀ ਹੈ ਨਾ, ਕਿ ਤੁਸੀਂ ਸਮਾਲ ਪੋਰਸ਼ਨ ਨੂੰ ਲੈ ਕੇ ਆਪਣੀ ਇੱਕ ਹੈਬਿਟ ਪਹਿਲਾਂ ਡਿਵੈਲਪ ਕਰੋ। ਜਦੋਂ ਤੁਸੀਂ ਤੁਹਾਡੀ ਅਰਨਿੰਗ ਵਧਣੀ ਸ਼ੁਰੂ ਹੋ ਜਾਂਦੀ ਹੈ, ਤੁਹਾਡਾ ਜਿਹੜਾ ਉਹ ਪਰਸੈਂਟੇਜ ਵੀ ਉਹ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ। ਅੱਜ ਤੁਸੀਂ $3000 ਕਮਾ ਰਹੇ ਹੋ ਮੰਥਲੀ ਫੋਰ ਐਗਜ਼ਾਮਪਲ ਐਜ਼ ਆ, ਹੈ ਨਾ, ਯੰਗਸਟਰ, ਤੇ ਆਉਣ ਵਾਲੇ ਟਾਈਮ ਤੁਸੀਂ 10,000 ਵੀ ਕਮਾਓਗੇ ਮੰਥਲੀ, ਕਦੇ 20,000 ਵੀ ਕਮਾਓਗੇ, ਦੈਟਸ ਉਹ ਤੁਹਾਡੀ ਫਿਰ ਸੇਵਿੰਗ ਰੇਟ ਵੀ ਉਦਾਂ ਹੀ ਵੱਧਦੀ ਜਾਏਗੀ। ਹਾਂਜੀ, ਫਿਰ ਮਤਲਬ ਜਿਹੜਾ ਪੋਰਸ਼ਨ ਜਿਹੜਾ ਤੁਸੀਂ ਫੋਲਡਰ ਕੈਟਾਗਰਾਈਜ਼ ਕਰਨੇ ਉਹਦੀ ਪਰਸੈਂਟੇਜ ਵੀ ਉਹ ਤੁਸੀਂ ਉਸ ਹਿਸਾਬ ਨਾਲ ਵਧਾਉਣੀ, ਵਧਾਉਣੀ, ਇਕੱਲੇ ਐਸੈਂਸ਼ੀਅਲ ਨਹੀਂ ਵਧਾਉਣੇ ਹੈਗੇ, ਇਕੱਲੀ ਸੇਵਿੰਗ ਹੀ ਵਧਾਉਣੀ ਹੈ, ਹੈ ਨਾ। ਕਈ ਵਾਰ ਹੁੰਦਾ ਕਿ ਇੱਦਾਂ ਗੱਲਾਂ ਕਰਦੇ, ਜਦੋਂ ਤੁਹਾਡੀ ਇਨਕਮ 5 ਤੋਂ 10 ਗਈ ਤਾਂ ਲੋਕ ਕੀ ਕਰਦੇ ਆ ਕਿ ਆਪਣੀ ਲਾਇਬਿਲਿਟੀਜ਼ ਜਿਹੜੀਆਂ ਹੁੰਦੀਆਂ, ਆਪਣੇ ਮੰਥਲੀ ਖਰਚੇ ਹੁੰਦੇ ਆ, ਉਹ ਵੀ ਨਾਲ ਦੀ ਨਾਲ ਵਧਾ ਲੈਂਦੇ ਆ, ਤਾਂ ਉਹਦੇ ਵਿੱਚ ਸੇਵਿੰਗ ਕਰਨੀ ਬੜੀ ਮੁਸ਼ਕਿਲ ਹੋ ਜਾਂਦੀ ਹੈ। ਫਿਰ ਆਪਾਂ ਕਹਿ ਦਿੰਦੇ ਕਿ ਆਪਣੀ ਸੇਵਿੰਗ ਨਹੀਂ ਹੋ ਰਹੀ, ਰਾਈਟ। ਬਟ ਆਈ ਮੀਨ ਲਾਈਕ ਉਹ ਤਾਂ ਫਿਰ ਇੱਕ ਵਾਸਟ ਆਪਣਾ ਟੌਪਿਕ ਆ ਜਾਂਦਾ ਗਾਂ ਇਨਵੈਸਟਮੈਂਟ ਦਾ ਵੀ, ਕਿ ਉਹਦੇ ਵਿੱਚ ਕਿੱਦਾਂ ਆਪਾਂ ਗਾਂ ਵਾਲੇ ਟੌਪਿਕ ਦੇ ਵਿੱਚ ਵੀ ਗੱਲ ਕਰ ਸਕਦੇ ਹਾਂ ਕਿ ਜਿਹੜਾ ਫਿਕਸ ਐਸਟ ਕਲਾਸ ਆ ਉਹਨੂੰ ਕਿੱਦਾਂ ਤੁਸੀਂ ਅੱਗੇ ਕੈਟਾਗਰਾਈਜ਼ ਕਰਨਾ, ਹੈ ਨਾ, ਕਿੰਨੇ % ਤੁਸੀਂ ਉਹ 'ਚ ਸੇਵਿੰਗ ਕਰਨੀ ਆ। ਬਟ ਇੱਕ ਜਨਰਲ ਆਈਡੀਆ ਪਰਸਨਲ ਸੇਵਿੰਗ ਦਾ ਇੱਥੇ ਆ ਕੇ ਮੁੱਕ ਜਾਂਦਾ ਕਿ ਇਸ ਤੋਂ ਅੱਗੇ ਵੀ ਹੋਰ ਫੈਕਟਰ ਰਹਿੰਦੇ ਨੇ। ਜਿਹੜਾ ਜਿੱਦਾਂ ਆਪਾਂ ਕਿਹਾ ਵੀ ਨੋਨ ਫਿਕਸ ਜਦੋਂ ਐਸਟ ਕਲਾਸ ਆ ਜਾਂਦੀ ਆ, ਜਿਹਦੇ 'ਚ ਆਪਾਂ ਗਰੋਥ ਵਾਲੀ ਗੱਲ ਕਰਦੇ ਹਾਂ, ਉਹਨੂੰ ਆਪਾਂ ਬਹੁਤ ਜ਼ਿਆਦਾ ਕੰਪਲੀਕੇਟ ਕਰ ਲੈਂਦੇ ਹਾਂ ਲੋਕ। ਜਿੱਦਾਂ ਮੈਂ ਕਿਹਾ, ਉਹ ਸਿੰਪਲੀਫਾਈਡ ਵੀ ਆਪਾਂ ਇੰਡੈਕਸ ਇਨਵੈਸਟਿੰਗ ਵੀ ਕਰ ਸਕਦੇ ਹਾਂ, ਰਾਈਟ। ਹਾਂਜੀ। ਅਤੇ ਲੋਕ ਕੀ ਕਰਦੇ ਆ, ਜਿਹੜੇ ਯੰਗਸਟਰ ਆ ਸਪੈਸ਼ਲੀ, ਉਹ ਸਿੱਧਾ ਕ੍ਰਿਪਟੋ 'ਚ ਚਲੇ ਜਾਂਦੇ ਆ, ਜਾਂ ਫਿਰ ਟ੍ਰੇਡਿੰਗ, ਡੇ ਟ੍ਰੇਡਿੰਗ ਇਨਫੈਕਟ ਚਲੇ ਜਾਂਦੇ ਆ, ਰਾਈਟ, ਵੀ ਬਹੁਤ ਜ਼ਿਆਦਾ ਰਿਟਰਨ ਜਨਰੇਟ ਕਰਨ ਨੂੰ। ਤੁਹਾਨੂੰ ਉਹ ਕਰਨੇ ਦੀ ਜ਼ਰੂਰਤ ਨਹੀਂ ਹੈ। ਪਹਿਲਾਂ ਤੁਹਾਡਾ ਗੋਲ ਹੋਣਾ ਚਾਹੀਦਾ ਵੀ ਸਸਟੇਨਡ ਇਨਕਮ। ਪਹਿਲਾਂ ਇੰਡੈਕਸ ਇਨਵੈਸਟਿੰਗ ਤੋਂ ਸਟਾਰਟ ਕਰੋ, ਫਿਰ ਜਿਹੜੇ ਬਲੂ ਚਿਪ ਜਾਂ ਵਧੀਆ ਲਾਰਜ ਕੰਪਨੀਜ਼ ਹੈਗੀਆਂ ਉਹ ਸਟਾਕ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਇੱਕ ਤੁਹਾਨੂੰ ਵਧੀਆ ਨੌਲੇਜ ਹੋ ਜਾਂਦੀ ਹੈ ਇੱਕ ਪੁਆਇੰਟ 'ਤੇ ਜਾ ਕੇ, ਦੈਨ ਯੂ ਕਮ ਟੂ ਦ ਟ੍ਰੇਡਿੰਗ। ਉਹ ਵੀ ਲਿਟਲ ਬਿਟ ਪਾਰਟ, ਲਾਈਕ 10-15% ਤੋਂ ਜ਼ਿਆਦਾ ਤੁਹਾਡਾ ਪੋਰਟਫੋਲੀਓ ਦਾ ਪਾਰਟ ਤੁਹਾਡਾ ਟ੍ਰੇਡਿੰਗ 'ਚ ਨਹੀਂ ਹੋਣਾ ਚਾਹੀਦਾ। ਇਹ ਮੇਰੀ ਐਡਵਾਈਸ ਹੈ ਯੰਗਸਟਰ ਨੂੰ। ਮੈਂ ਦੇਖਿਆ ਆਪਣੀ ਤਾਂ ਫਿਰ ਆਪਣੇ ਮੋਸਟਲੀ ਮੈਂ ਦੇਖਿਆ ਜਿਹੜੀ ਨੈਟਵਰਥ ਹੁੰਦੀ ਆ 5-4 ਸਟਾਕ ਦੇ ਵਿੱਚ ਲੋਕਾਂ ਨੇ ਪਾਈ ਹੁੰਦੀ ਆ, ਜਾਂ ਕ੍ਰਿਪਟੋ ਦੇ ਵਿੱਚ ਪਾਈ ਹੁੰਦੀ ਆ, ਤੇ ਮੋਸਟਲੀ ਆਈ ਥਿੰਕ ਜਿਹੜੇ ਪਾਉਂਦੇ ਵੀ ਆ ਨਾਲ ਦੇ ਤੋਂ ਕਿਸੇ ਸੁਣ ਕੇ ਪਾ ਲਈ ਕਿ ਹਾਂ ਜੀ ਮੈਂ ਤਾਂ ਇੱਦਾਂ ਕੀਤਾ ਤਾਂ ਇੱਦਾਂ ਹੋ ਗਿਆ। ਉਹ ਜ਼ਿਆਦਾ ਇਨਫਲੂਐਂਸ ਕਰਦਾ ਕਮਿਊਨਿਟੀ ਵਾਈਜ਼। ਜਿਹੜੇ ਤੁਸੀਂ ਇੱਕ ਦੂਜੇ ਤੋਂ ਗੱਲਾਂ ਸੁਣਦੇ ਹੋ, ਜਾਂ ਤੁਸੀਂ ਕਿਸੇ ਨੇ ਇੱਕ ਸੋਚ ਲਿਆ, ਮਾੜਾ ਮੋਟਾ ਕਰ ਲਿਆ ਕੁਛ, ਹੈ ਨਾ, ਤਾਂ ਉਹੀ ਤੁਹਾਡੇ ਸਾਰੇ ਸਰਕਲ ਦੇ ਵਿੱਚ ਗੱਲ ਰੋਟੇਟ ਹੋਣੀ ਚਾਹੀਦੀ ਹੈ ਕਿ ਬੰਦੇ ਨੇ ਤਾਂ ਆਹ ਪੈਸੇ ਪਾਏ ਸੀ, 5,000 ਰਿਟਰਨ ਬਣਾ ਲਿਆ, ਰਾਈਟ। ਪਰ ਮੇ ਵੀ ਇੱਕ ਵਾਰੀ ਤੁਹਾਡਾ ਇੱਕ ਲੱਕ ਰਹਿ ਜਾਂਦਾ, ਪਰ ਜਿਹੜਾ ਬੰਦਾ ਪਹਿਲੀ ਵਾਰੀ ਪਾ ਰਿਹਾ ਉਹ ਪਿੱਛੇ ਲੱਗ ਕੇ ਪਾ ਦਿੰਦਾ, ਤੇ ਫਿਰ ਉਹ ਥੋੜੀ ਰਿਸਕ ਫੈਕਟਰ ਬਹੁਤ ਜ਼ਿਆਦਾ ਵੱਧ ਜਾਂਦਾ ਉਹਦੇ 'ਚ। ਬਹੁਤ ਜ਼ਿਆਦਾ ਰਿਸਕ ਹੈ ਜੀ। ਉਹ ਕਾਈਂਡ ਆਫ ਸਪੈਕੂਲੇਟਿਵ ਆਪਣੀ ਟ੍ਰੇਡਿੰਗ ਕਹਿੰਦੇ ਆ, ਜਾਂ ਇਨਵੈਸਟਿੰਗ ਕਹਿ ਸਕਦੇ ਹਾਂ ਆਪਾਂ। ਉਹਦੇ 'ਚ ਕਿਉਂਕਿ ਐਨਾਲਿਸਿਸ ਤਾਂ ਕੁਛ ਹੁੰਦਾ ਨਹੀਂ, ਫੰਡਾਮੈਂਟਲਸ ਲੋਕ ਦੇਖਦੇ ਨਹੀਂ ਹੈ। ਹਾਂਜੀ। ਤੇ ਉਹਦੇ ਤੋਂ ਕੋਈ ਤੁੱਕੇ ਨਾਲ ਤੁਹਾਡੇ ਹੱਥ 'ਚ ਕੋਈ ਵਧੀਆ ਚੀਜ਼ ਲੱਗ ਗਈ ਤਾਂ ਹੋ ਸਕਦਾ ਵੀ ਉਹਦੀ ਗਰੋਥ ਵਧੀਆ ਹੋ ਜੇ, ਤੇ ਫਿਰ ਬੰਦੇ ਨੂੰ ਇਹ ਲੱਗਣ ਲੱਗਦਾ ਵੀ ਮੈਨੂੰ ਤਾਂ ਬਹੁਤ ਜ਼ਿਆਦਾ ਪਤਾ ਹੈ, ਤੇ ਉਹ ਅਲਟੀਮੇਟਲੀ ਫਿਰ ਬੰਦਾ ਜ਼ਿਆਦਾ ਹੋਰ ਇਨਵੈਸਟ ਕਰ ਲੈਂਦਾ ਉੱਦਾਂ ਦੇ ਇੰਸਟਰੂਮੈਂਟ ਦੇ ਵਿੱਚ, ਤੇ ਇਟ ਡਜ਼ਨਟ ਵਰਕ ਵੈਲ ਫॉर द ਲੌਂਗ ਟਰਮ। ਹਾਂਜੀ। ਤੇ ਇਹ ਹੀ ਆ ਮੇਨਲੀ, ਤੁਸੀਂ ਸਮਝ ਕੇ ਜਿਹੜੀ ਚੀਜ਼ ਦੀ ਤੁਹਾਨੂੰ ਸਮਝ ਨਹੀਂ ਹੈ ਨਾ, ਮੈਂ ਤਾਂ ਇਹ ਕਹੂੰਗਾ ਪਹਿਲਾਂ ਤੁਸੀਂ ਉਹਨੂੰ ਲਰਨ ਕਰਨ ਦੀ ਕੋਸ਼ਿਸ਼ ਕਰੋ। ਆਈ ਥਿੰਕ ਇਹਨਾਂ ਚੀਜ਼ਾਂ ਜਿੰਨਾ ਤੁਸੀਂ ਜ਼ਿਆਦਾ, ਤੁਹਾਨੂੰ ਇਹ ਜਿਹੜੀ ਹੈਗੀ ਇਨਵੈਸਟਿੰਗ ਮੈਚਿਓਰਿਟੀ ਵੀ ਚਾਹੀਦੀ ਹੈ। ਬਿਲਕੁਲ। ਪਹਿਲਾਂ ਤੁਸੀਂ ਆਪਣਾ ਮੈਚਿਓਰਿਟੀ ਡਿਵੈਲਪ ਕਰੋ ਉਸ ਚੀਜ਼ ਲਈ, ਫਿਰ ਤੁਸੀਂ ਮੈਚਿਓਰ ਜਦੋਂ ਇਨਵੈਸਟਰ ਬਣ ਜਾਂਦੇ ਆ ਤਾਂ ਫਿਰ ਤੁਸੀਂ ਥੋੜ੍ਹਾ ਆਪਣਾ ਉਸ ਹਿਸਾਬ ਨਾਲ ਅੱਗੇ ਆਪਣਾ ਵਧਾਓ, ਹੈ ਨਾ, ਚੀਜ਼ ਨੂੰ। ਜਦੋਂ ਜ਼ਿਆਦਾ ਰਿਟਰਨ ਦੇ ਪਿੱਛੇ ਆਪਾਂ ਭੱਜਦੇ ਹਾਂ ਤੇ ਉੱਤੇ ਹੀ ਪ੍ਰੋਬਲਮ ਹੁੰਦੀ ਹੈ, ਉਹਦੇ 'ਤੇ ਹੀ ਪ੍ਰੋਬਲਮ ਆਉਂਦੀ ਹੈ। ਜਦੋਂ ਇੱਕ ਉਹ ਸਟੈਟਿਕਸ 'ਚ ਆਏ ਸੀ
15 to 20% ਤੱਕ ਦੀ ਰਿਟਰਨ ਜਿਹੜੇ ਬਹੁਤ ਵਧੀਆ ਇਨਵੈਸਟਰ ਉਹ ਜਨਰੇਟ ਕਰਦੇ ਨੇ, ਰਾਈਟ। ਵਾਰਨ ਬਫੇ ਸਾਹਿਬ ਦੀ ਅਰਾਊਂਡ 25% ਰਿਟਰਨ ਹੈਗੀ ਆ। ਹਾਂਜੀ। ਤੇ ਲੇਕਿਨ ਉਹਨਾਂ ਦੀ ਰਿਸਰਚ, ਉਹਨਾਂ ਦੀ ਟੀਮਸ ਕਿੰਨੀਆਂ ਵੱਡੀਆਂ ਹੈਗੀਆਂ ਨਾ। ਹਾਂਜੀ। ਤੇ ਜੇ ਤੁਸੀਂ ਜਦੋਂ ਬੰਦਾ ਥੋੜਾ ਜਿਹਾ ਓਵਰ ਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਨਾ, ਤੇ ਉੱਥੇ ਹੀ ਫਿਰ ਉਹ ਤੁਹਾਡਾ ਕੈਪੀਟਲ ਲਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਇੰਪ੍ਰੈਸ ਕਰਨ ਦੇ ਚੱਕਰ 'ਚ ਤਾਂ ਭਾਜੀ ਬਹੁਤ ਕੁਛ ਦਾਅ 'ਤੇ ਲੱਗ ਜਾਂਦਾ ਜਨਤਾ ਦਾ। ਪਰ ਆਈ ਮੀਨ ਲਾਈਕ ਜਿਹਨੇ ਸਟੱਡੀ ਕਰਨੀ ਹੈ, ਜਿਹਨੇ ਕੁਛ ਸਿੱਖਣਾ ਵਾ, ਰਾਈਟ, ਆਪਣੀ ਸਰਚ ਵਗੈਰਾ ਜ਼ਰੂਰ ਕਰੋ, ਹੈ ਨਾ। ਆਪਣਾ ਕੀ ਹੁੰਦਾ ਨਾ ਕਿ ਕਦੋਂ ਵੀ ਕੋਈ ਚੀਜ਼ ਤੁਸੀਂ ਆਪਣਾ ਇਨੀਸ਼ੀਅਲ ਫੇਜ਼ ਤੇ ਡੇਟਿੰਗ ਫੇਜ਼ ਕਹਿ ਦਿੰਦੇ ਆ, ਕਿਸੇ ਵੀ ਚੀਜ਼ ਦਾ ਹੋ ਸਕਦਾ, ਇਨਵੈਸਟਮੈਂਟ ਨੂੰ ਲਾ ਕੇ ਜਾਂ ਕਿਸੇ ਗੇਮ ਨੂੰ ਲਾ ਕੇ ਜਾਂ ਕੁਛ ਟ੍ਰੇਡਿੰਗ ਨੂੰ ਲਾ ਕੇ, ਜਿਹੜਾ ਡੇਟਿੰਗ ਫੇਜ਼ ਹੁੰਦਾ ਆ, ਜਿਸ 'ਚ ਐਕਸਾਈਟਮੈਂਟ ਬੜੀ ਹੁੰਦੀ ਹੈ ਬੰਦੇ ਨੂੰ ਕੁਛ ਕੁਛ ਕਰ ਦਿਖਾਉਣ ਦੀ, ਰਾਈਟ। ਤਾਂ ਉਹਦੇ ਵਿੱਚ ਕਈ ਵਾਰ ਤੁਸੀਂ ਉਹ ਜਿਹੜਾ ਰਿਸਕ ਬਹੁਤ ਵੱਡਾ ਲੈ ਜਾਂਦੇ ਹੋ, ਹੈ ਨਾ। ਤਾਂ ਉੱਪਰੋਂ ਆ ਜਾਂਦਾ ਕਿ ਮੈਚਿਓਰ ਬੰਦਾ ਮੈਚਿਓਰ ਹੀ ਹੁੰਦਾ, ਜਿਹਨੇ ਸਾਰਾ ਉਤਰਾਅ ਚੜ੍ਹਾਅ ਦੇਖਿਆ ਹੁੰਦਾ ਹੈ, ਫਿਰ ਹੀ ਤੁਹਾਡੇ 'ਚ ਮੈਚਿਓਰਿਟੀ ਆਉਂਦੀ ਹੈ ਨਾ। ਕੁਝ ਇਮੋਸ਼ਨਸ ਬਹੁਤ ਵੱਡਾ ਫੈਕਟਰ ਹੁੰਦਾ ਜਦੋਂ ਤੁਸੀਂ ਇਨਵੈਸਟਮੈਂਟ ਸ਼ੁਰੂ ਕਰਦੇ ਆ ਨਾ। ਚਾਹ ਵਿੱਚ ਬੰਦੇ ਦੇ ਇਮੋਸ਼ਨਸ ਬੜੇ ਉਬਾਲੇ ਖਾ ਰਹੇ ਹੁੰਦੇ ਆ ਕਿ ਨਹੀਂ ਮੈਂ ਤਾਂ ਇਹਦੇ 'ਚ ਦੇਖਿਆ ਗਿਆ ਜਿੰਨੀ ਬੋਰ ਤੁਹਾਡੀ ਸਟ੍ਰੈਟਜੀ ਹੋਏਗੀ, ਉਨੀ ਤੁਹਾਡੀ ਲੌਂਗ ਰਨ ਦੇ ਵਿੱਚ ਉਹ ਇਨਵੈਸਟਮੈਂਟ ਉਹ ਵਧੀਆ ਤੁਹਾਨੂੰ ਪ੍ਰੋਫਿਟ ਦੇ ਕੇ ਜਾਏਗੀ। ਜਿੰਨੀ ਤੁਹਾਡੀ ਐਕਸਾਈਟਮੈਂਟ ਵਾਲੀ ਥ੍ਰਿਲ ਵਾਲੀ ਪੋਜੀਸ਼ਨ ਹੋਏਗੀ ਤੇ ਉਹਦੇ ਰਿਜ਼ਲਟ ਕੋਈ ਜ਼ਿਆਦਾ ਵਧੀਆ ਨਹੀਂ ਦੇਖੇ ਗਏ ਲੌਂਗ ਟਰਮ ਦੇ ਵਿੱਚ। ਹਾਂਜੀ। ਨਹੀਂ ਚਲੋ, ਇਹ ਤਾਂ ਇਹ ਤਾਂ ਇੱਕ ਆਈ ਥਿੰਕ ਤੁਹਾਨੂੰ ਇੱਕ ਕਹਿੰਦੇ ਨੇ ਕਿ ਉਮਰ ਨਹੀਂ ਕੋਈ ਹੁੰਦੀ ਸਿੱਖਣ ਦੀ। ਤੇ ਖਾਸ ਕਰਕੇ ਜਿਹੜਾ ਤੁਹਾਡਾ ਫਾਈਨੈਂਸ਼ੀਅਲ ਸੈਕਟਰ ਆ, ਕੁਝ ਲੇਟਲੀ ਚੀਜ਼ਾਂ ਬਹੁਤ ਬਦਲਦੀਆਂ ਰਹਿੰਦੀਆਂ ਨੇ, ਹਰ ਇੱਕ ਡੈਕੇਡ ਦੇ ਹਿਸਾਬ ਨਾਲ ਬਹੁਤ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ, ਹੈ ਨਾ। ਟਰੈਂਡ ਬਹੁਤ ਆਉਂਦੇ ਰਹਿੰਦੇ ਨੇ, ਕੁਛ ਇੱਕ ਕੈਟਾਗਰੀ ਨੂੰ ਲੈ ਕੇ ਜਾਂ ਦੂਜੀ ਕੈਟਾਗਰੀ ਨੂੰ ਲੈ ਕੇ, ਹੈ ਨਾ। ਕੰਪਨੀਜ਼ ਬਹੁਤ ਡਿਫਰੈਂਟ ਤਰੀਕੇ ਨਾਲ ਚੇਂਜ ਹੁੰਦੀਆਂ ਰਹਿੰਦੀਆਂ ਨੇ। ਅਗਰ ਤੁਸੀਂ ਇਹਨੂੰ ਲੌਂਗ ਟਰਮ ਆਪਣੀ ਇੱਕ ਹੈਬਿਟ ਬਣਾ ਲੈਂਦੇ ਆ ਕਿ ਤੁਸੀਂ ਕੰਟੀਨਿਊਸਲੀ ਜੇ ਅੱਧਾ ਘੰਟਾ ਸਰਚ ਕਰ ਰਹੇ ਹੋ ਮਾਰਕੀਟ ਦਾ, ਤੁਹਾਨੂੰ ਪਤਾ ਹੋਵੇ ਕਿ ਕੀ ਹੈਪਨ ਹੋ ਰਿਹਾ, ਆਈ ਥਿੰਕ ਉਹ ਤੁਹਾਡੀ ਇੱਕ ਵੈਸੀ ਮੈਚਿਓਰਿਟੀ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ। ਬਿਲਕੁਲ। ਇਹਦੇ ਵਿੱਚ ਤੁਸੀਂ ਉਹੀ ਹੈ ਜਿਹੜਾ ਕੰਪਾਊਂਡਿੰਗ ਫੈਕਟਰ ਨੂੰ ਤੁਸੀਂ ਮੰਨ ਕੇ ਚੱਲੋ, ਅਗਰ ਉਹਦੇ ਬੇਸ 'ਤੇ ਤੁਸੀਂ ਇਨਵੈਸਟਿੰਗ ਕਰਦੇ ਹੋ ਤਾਂ ਯੂ ਵਿਲ ਬੀ ਬੈਟਰ ਆਫ ਫॉर ਲੌਂਗ ਟਰਮ। ਹਾਂਜੀ। ਕੰਪਾਊਂਡਿੰਗ ਇਫੈਕਟ ਸਟਾਰਟਿੰਗ 'ਚ ਥੋੜ੍ਹਾ ਟਾਈਮ ਲੱਗਦਾ ਹੈ, ਜਿੱਦਾਂ ਮੈਂ ਕਿਹਾ। ਅਗਰ ਤੁਸੀਂ ਲੈਸੇ ਇੱਥੇ ਤਾਂ ਕੈਨੇਡਾ ਦੇ ਵਿੱਚ ਤਾਂ ਬਹੁਤ ਵਧੀਆ ਟੂਲਸ ਹੈਗੇ ਨੇ, ਆਪਣੇ ਟੈਕਸ ਫਰੀ ਸੇਵਿੰਗ ਅਕਾਊਂਟਸ ਵਗੈਰਾ ਹੈਗੇ ਨੇ, ਜਿਨ੍ਹਾਂ 'ਚ ਤੁਸੀਂ ਟੈਕਸ ਫਰੀ ਆਪਣਾ ਪੈਸਾ ਗਰੋ ਕਰ ਸਕਦੇ ਹੋ, ਰਾਈਟ। ਨਹੀਂ, ਉਹਨਾਂ ਚੀਜ਼ਾਂ ਬਾਰੇ ਵੀ ਆਪਾਂ ਜ਼ਰੂਰ ਡਿਟੇਲ 'ਚ ਗੱਲ ਕਰਾਂਗੇ, ਕੁਝ ਇਹੀ ਹੈ ਨਾ ਕਿ ਜਦੋਂ ਤੁਸੀਂ ਲੇਅਰ ਬਾਏ ਲੇਅਰ ਜਾਣਾ ਸ਼ੁਰੂ ਕਰ ਦਿੰਦੇ ਆ ਤਾਂ ਟੌਪਿਕ ਬਹੁਤ ਵੱਡੇ ਹੋ ਜਾਂਦੇ ਨੇ ਤੇ ਇਹਨਾਂ ਨੂੰ ਅੰਡਰਸਟੈਂਡ ਕਰਨਾ ਵੀ ਉਨਾ ਹੀ ਔਖਾ ਹੋ ਜਾਂਦਾ ਹੈ ਜਦੋਂ ਤੁਸੀਂ ਇਕੱਠਾ ਇੱਕ ਪਲੇਟ ਦੇ ਵਿੱਚ ਪਾ ਲੈਂਦੇ ਹਨ। ਤੇ ਇਹ ਆਪਾਂ ਆਉਣ ਵਾਲੇ ਟੌਪਿਕ ਲਈ ਜ਼ਰੂਰ ਰੱਖਾਂਗੇ ਕਿ ਆਪਾਂ ਹਰ ਇੱਕ ਕੈਟਾਗਰੀ ਨੂੰ, ਹਰ ਇੱਕ ਫੋਲਡਰ ਨੂੰ ਥੋੜ੍ਹਾ ਪ੍ਰੋਪਰ ਤਰੀਕੇ ਨਾਲ ਐਕਸਪਲੇਨ ਕਰਕੇ ਉਸ 'ਤੇ ਗੱਲ ਕਰੀਏ, ਹੈ ਨਾ, ਤਾਂ ਕਿ ਉਹਨੂੰ ਆਪਾਂ ਬੈਟਰ ਅੰਡਰਸਟੈਂਡ ਕਰ ਸਕੀਏ, ਹੈ ਨਾ। ਬਟ ਭਾਈ ਥੈਂਕ ਯੂ ਸੋ ਮੱਚ, ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਹੋਪ ਕਰਦੇ ਹਾਂ ਕਿ ਅਗਲੀ ਵੀ ਆਪਾਂ ਕੁਛ ਟੌਪਿਕ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਵਿਸਥਾਰ 'ਚ ਗੱਲ ਕਰ ਸਕੀਏ, ਐਕਸਪਲੇਨ ਕਰ ਸਕੀਏ, ਹੈ ਨਾ, ਤਾਂ ਕਿ ਕੋਈ ਸਿੰਪਲ ਲੈਂਗੁਏਜ ਦੇ ਵਿੱਚ ਤੁਸੀਂ ਉਹਨਾਂ ਚੀਜ਼ਾਂ ਨੂੰ ਅੰਡਰਸਟੈਂਡ ਕਰ ਸਕੋ, ਹੈ ਨਾ। ਚੀਜ਼ਾਂ ਸੈਂਸ ਕਰਨੀਆਂ ਚਾਹੀਦੀਆਂ ਨੇ, ਜਿੰਨਾ ਚਿਰ ਸੈਂਸ ਨਹੀਂ ਕਰਨਗੀਆਂ ਉਹਨਾਂ ਚਿਰ ਤੁਹਾਨੂੰ ਸਮਝ ਨਹੀਂ ਲੱਗੇਗੀ, ਹੈ ਨਾ। ਤਾਂ ਥੈਂਕ ਯੂ ਸੋ ਮਚ ਭਾਈ ਤੁਹਾਡਾ ਅੱਜ ਟਾਈਮ ਕੱਢ ਕੇ ਆਉਣ ਲਈ, ਤੇ ਹੋਪਫੁਲੀ ਆਪਾਂ ਸੂਨ ਹੀ ਇਸ ਅੱਗੇ ਟੌਪਿਕ ਦੇ ਉੱਤੇ ਗੱਲ ਕਰਾਂਗੇ। ਥੈਂਕ ਯੂ ਸੋ ਮਚ ਗਾਇਜ਼। ਪਲੀਜ਼ ਇਫ ਤੁਹਾਡੇ ਕੋਲ ਕੋਈ ਟੌਪਿਕ 'ਤੇ ਕੁਛ ਕੌਮੈਂਟ ਜਾਂ ਤੁਹਾਡੇ ਕੋਲ ਕੋਈ ਕੁਐਸਚਨ ਹੈਗਾ, ਪਲੀਜ਼ ਲੀਵ ਇਨ ਦ ਕਮੈਂਟਸ ਬਿਲੋ, ਤਾਂ ਕਿ ਅਸੀਂ ਉਸ ਚੀਜ਼ ਦੇ ਬਾਰੇ ਵੀ ਆਪਾਂ ਗੱਲ ਕਰ ਸਕਦੇ ਹਾਂ ਨੈਕਸਟ ਆਉਣ ਵਾਲੇ ਟੌਪਿਕਸ ਦੇ ਵਿੱਚ। ਜੇ ਤੁਹਾਨੂੰ ਚੰਗਾ ਲੱਗਿਆ ਪਲੀਜ਼ ਲੀਵ ਅ ਕਮੈਂਟ ਐਂਡ ਦੈਨ ਪਲੀਜ਼ ਲਾਈਕ ਦ ਵੀਡੀਓ, ਐਂਡ ਇਫ ਯੂ ਵਾਂਟ ਟੂ ਸ਼ੇਅਰ ਵਿਦ ਅਦਰ ਪੀਪਲ ਪਲੀਜ਼ ਡੂ ਸੋ। ਐਂਡ ਦੈਨ ਭਾਜੀ ਜ਼ਰੂਰ ਫੋਲੋ ਕਰੋ, ਭਾਜੀ ਬਹੁਤ ਹੀ ਐਕਟਿਵ ਨੇ ਔਨ ਸੋਸ਼ਲ ਮੀਡੀਆ ਐਜ਼ ਵੈਲ। ਹਾਂਜੀ, ਮੈਂ ਵੀ ਦੇਸੀ ਇਕੋਨਮਿਸਟ ਕਰਕੇ ਮੇਰਾ ਚੈਨਲ ਹੈਗਾ YouTube 'ਤੇ, ਐਂਡ ਇਸੇ ਆਈਡੀ ਨਾਲ ਦੇਸੀ ਇਕੋਨਮਿਸਟ ਨਾਲ ਤੁਸੀਂ ਮੈਨੂੰ ਟਿਕਟੋਕ 'ਤੇ, ਆਪਣੇ ਫੇਸਬੁੱਕ 'ਤੇ ਜਾਂ ਇੰਸਟਾ 'ਤੇ ਵੀ ਫੋਲੋ ਕਰ ਸਕਦੇ ਹੋ। ਅਤੇ ਤਕਰੀਬਨ ਮੇਰੇ ਉੱਥੇ ਸ਼ਾਰਟ ਵੀਡੀਓਜ਼ ਜਾਂ ਲੌਂਗ ਵੀਡੀਓਜ਼ ਵੀ ਮੈਂ ਆਉਂਦੇ ਹੀ ਰਹਿੰਦੇ ਆ। ਠੀਕ ਹੈ ਭਾਜੀ, ਜ਼ਰੂਰ। ਮੈਂ ਤਾਂ ਭਾਜੀ ਫੋਲੋ ਕਰਦੀ ਹਾਂ, ਤਾਂ ਬਾਕੀ ਸਾਰਿਆਂ ਨੂੰ ਵੀ ਜ਼ਰੂਰ ਰੈਕਮੈਂਡ ਕਰਾਂਗੇ ਕਿ ਜੇ ਤੁਸੀਂ ਇਸ ਫੈਕਟਰ ਦੇ ਵਿੱਚ, ਇਸ ਲਾਈਫ ਫੈਕਟਰ ਦੇ ਵਿੱਚ ਤੁਸੀਂ ਇੰਟਰਸਟ ਰੱਖਦੇ ਹੋ, ਟੌਪਿਕ ਦੇ ਵਿੱਚ ਇੰਟਰਸਟ ਰੱਖਦੇ ਹੋ, ਜ਼ਰੂਰ ਜਿਹੜੇ ਬੰਦੇ ਸੂਝਵਾਨ ਹੈਗੇ, ਜਿਹੜੇ ਤੁਹਾਡੇ ਲਾਈਫ ਦੇ ਵਿੱਚ ਤੁਹਾਡਾ ਸੀਨੀਅਰ ਹੈਗੇ ਨੇ, ਜ਼ਰੂਰ ਉਹਨਾਂ ਨੂੰ ਫੋਲੋ ਕਰੋ, ਕੁਛ ਨਾ ਕੁਛ ਸਿੱਖਣ ਦਾ ਮੌਕਾ ਜ਼ਰੂਰ ਮਿਲਦਾ ਹੈ। ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ, ਐਂਡ ਵਿਲ ਸੀ ਯੂ ਗਾਇਜ਼ ਇਨ ਦ ਨੈਕਸਟ ਵੀਡੀਓ। ਥੈਂਕ ਯੂ ਸੋ ਮਚ।